वाहिगुरू जी का खालसा वाहिगुरू जी की फतेह। अस्सलाम वालेकुम अदाबर्स। मैं हाँ तुहाडी होस्ट नीलम कौर। मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब आज सॉरी मैं लिखी नहीं एक मिनट सॉरी हाँ जी 23 सितंबर 2019 9 असू नानक शाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਜੇ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ TV 84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੌਰੀ ਮੰਗਦੇ ਹਾਂ ਕਿ ਜੋ ਪ੍ਰੋਗਰਾਮ ਹੈ ਉਹ ਅਸੀਂ ਲੇਟ ਸ਼ੁਰੂ ਕਰ ਰਹੇ ਹਾਂ। ਸੋ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਦੇ ਨਾਲ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ? ਦੇਖੋ, ਜੇ ਅਮਰੀਕਾ ਕੈਨੇਡਾ ਦੇ ਬੱਚੇ ਬੱਚੀਆਂ ਨੂੰ ਅਸੀਂ ਦੱਸਣਾ ਹੋਏ ਕਿ ਜਦੋਂ ਅਸੀਂ ਸਕੂਲ 'ਚ ਪੜ੍ਹਦੇ ਸੀ ਜਾਂ ਵੱਡੇ ਹੋ ਰਹੇ ਸੀ ਤੇ ਉਦੋਂ ਕੋਈ ਟੈਲੀਵਿਜ਼ਨ ਜਾਂ ਕੋਈ ਹੋਰ ਐਂਟਰਟੇਨਮੈਂਟ ਦੇ ਸਾਧਨ ਨਹੀਂ ਸੀ, ਨਾ ਹੀ ਸਮਾਰਟਫੋਨ ਸੀ, ਨਾ ਹੀ ਕੋਈ ਕਾਰਟੂਨਸ ਦਾ ਜੇ ਜ਼ਮਾਨਾ ਸੀ। ਉਦੋਂ ਸਾਡੀ ਐਂਟਰਟੇਨਮੈਂਟ ਇਹੀ ਹੁੰਦੀ ਸੀ ਕਿ ਸ਼ਹਿਰ ਦੇ ਜਾਂ ਕਸਬੇ ਦੇ ਜਾਂ ਬਹੁਤ ਕਦੀ ਕਦਾਈ ਵੱਡੇ ਪਿੰਡਾਂ 'ਚ ਕੋਈ ਮਦਾਰੀ ਦਾ ਤਮਾਸ਼ਾ ਜੀ, ਔਰ ਮਦਾਰੀ ਜਿਹੜਾ ਉਹਦੇ ਨਾਲ ਇੱਕ ਨਿੱਕੀ ਜਿਹੀ ਬਾਂਦਰੀ ਵੀ ਹੋਣੀ, ਉਹਦੀ ਇੱਕ ਟੋਕਰੀ 'ਚ ਉਹਨੇ ਕੁਝ ਹੋਰ ਵੀ ਰੱਖਿਆ ਹੋਣਾ ਜਿਹਨੂੰ ਉਹਨੇ ਜਦੋਂ ਫਿਰ ਆਪਣਾ ਤਮਾਸ਼ਾ ਸ਼ੁਰੂ ਕਰਨਾ ਉਹ ਅਖੀਰ 'ਚ ਦਿਖਾਣਾ ਵੀ ਇਹਦੇ 'ਚ ਬੜਾ ਖਤਰਨਾਕ ਸੱਪ ਹੈ ਜਿਹੜਾ ਜੇ ਡੰਗਦਾ ਤਾਂ ਕੋਈ ਪਾਣੀ ਨਹੀਂ ਮੰਗਦਾ। ਤੇ ਮਦਾਰੀ ਦੀ ਜਿਹੜੀ ਪਛਾਣ ਹੈ, ਜਿਹੜੇ ਥੋੜੇ ਜਿਹੇ ਚੰਗੇ ਮਦਾਰੀ ਸੀ, ਛੋਟਾ ਜਿਹਾ ਕੋਈ ਰਿਛ ਦਾ ਬੱਚਾ ਵੀ ਔਰ ਡੁਗਡੁਗੀ, ਔਰ ਜਿਹੜੀ ਉਹਦੀ ਭੀੜ ਇਕੱਠੀ ਕਰਨ ਦੀ ਕੈਪੈਸਿਟੀ ਹੁੰਦੀ ਸੀ ਉਹ ਡੁਗਡੁਗੀ ਨਾਲ ਹੁੰਦੀ। ਜਦੋਂ ਉਹਨੇ ਡੁਗਡੁਗੀ ਵਜਾਣੀ, ਔਰ ਉਹਦੇ ਤੋਂ ਹੀ ਬਹੁਤ ਵਾਰੀ ਅਸੀਂ ਪੰਜਾਬੀ 'ਚ ਜਦੋਂ ਕਹਿੰਦੇ ਹਾਂ ਕਿ ਜੀ ਸਾਰੇ ਆਪੋ ਆਪਣੀ ਡੁਗਡੁਗੀ ਵਜਾ ਰਹੇ ਨੇ ਤੇ ਡੁਗਡੁਗੀ ਉਹ ਹੈ। ਇਹਨਾਂ ਨੂੰ ਉਸ ਸਾਜ਼ ਨੂੰ ਤੁਸੀਂ ਕੀ ਕਹੋਗੇ, ਪਰ ਉਹ ਡੁਗਡੁਗੀ ਹੈ। ਬਿਲਕੁਲ। ਸੋ ਉਹ ਡੁਗਡੁਗੀ ਵਜਾਉਂਦਾ ਸੀ, ਹੌਲੀ ਹੌਲੀ ਤੋਂ ਉੱਚੀ ਜਿਹੀ ਆਵਾਜ਼ ਦੇ ਕੇ ਕਹਿੰਦਾ ਸੀ ਪਹਿਲੇ ਬੰਦਰੀਆ ਕਾ ਨਾਚ ਹੋਗਾ। ਫਿਰ ਕਿਉਂਕਿ ਬੰਗਾਲੀ ਸੀ ਬਹੁਤ ਸਾਰੇ ਤੇ ਉਹ ਟੁੱਟੀ ਭੱਜੀ ਹਿੰਦੁਸਤਾਨੀ ਬੋਲਦੇ ਸੀ ਬੰਗਲਾ ਅੰਦਾਜ਼ 'ਚ। ਫਿਰ ਉਹਨਾਂ ਹੋਣਾ ਕਿ ਰਿਛਨੀ ਆਪਣੇ ਰੁੱਸ ਕੇ ਪੇਕੇ ਤੋਂ ਸਹੁਰੇ ਕਿਵੇਂ ਜਾਏਗੀ, ਫਿਰ ਉਹਨੂੰ ਕਿਵੇਂ ਵਾਪਸ ਆਏਗੀ, ਉਹ ਸਾਰੇ ਤੋਂ ਕਰ ਕਰਾ ਕੇ ਉਹਨੇ ਹੋਰ ਵੀ ਇਸ ਕਿਸਮ ਦੇ 2-4 ਜਿਹੜੇ ਨੇ ਆਪਣੇ ਤਮਾਸ਼ੇ। ਉਸ ਤੋਂ ਬਾਅਦ ਉਹਨੇ ਆਪਣਾ ਜਿਹੜਾ ਬੈਗਿੰਗ ਬਾਉਲ, ਜਿਹੜਾ ਉਹਦਾ ਕਚਕੌਲ ਹੈ, ਉਹ ਉਹਨੇ ਸਾਰੇ ਪਾਸੇ ਘੁਮਾ ਦੇਣਾ, ਉਹਦੇ 'ਚ ਕਿਸੇ ਨੇ ਪੈਸਾ ਦਵਾਨੀ। ਤੇ ਉਸ ਤੋਂ ਬਾਅਦ ਜਦੋਂ ਉਹਨੇ ਅਖੀਰ 'ਚ ਕਰਕੇ ਉਹ ਸੱਪ ਦਿਖਾਉਣ ਲਈ ਅਖੀਰ ਤੱਕ ਬਿਠਾਈ ਰੱਖਣਾ ਤੇ ਹੋਣਾ ਕੀ ਆ, ਉਹਦੇ 'ਚੋਂ ਇੱਕ ਕੱਢਿਆ ਤੇ ਦੂਜਾ ਫਿਰ ਉਹਨੇ ਆਪਣੇ ਪੈਸੇ ਲੈਣੇ, ਉਹ ਸੱਪ ਦਿਖਾਉਣ ਤੋਂ ਪਹਿਲਾਂ ਲੈ ਲੈਂਦਾ ਸੀ। ਫਿਰ ਉਹਨੇ ਕਹਿਣਾ ਖੇਲ ਖਤਮ ਪੈਸਾ ਹਜ਼ਮ। ਇਹਦੇ ਤੋਂ ਇਹ ਟਰਮ ਬਣੀ ਹੈ ਕਿ ਖੇਲ ਖਤਮ ਪੈਸਾ ਹਜ਼ਮ। ਹੁਣ ਅੱਜ ਮਾਡਰਨ ਜ਼ਮਾਨਾ ਆ ਗਿਆ, ਵੱਡੇ ਵੱਡੇ ਪਾਰਕ, ਵੱਡੀਆਂ ਵੱਡੀਆਂ ਰੌਸ਼ਨੀਆਂ, ਵੱਡੀਆਂ ਵੱਡੀਆਂ ਸਕਰੀਨਾਂ, ਪਰ ਉਹ ਜਿਹੜੇ ਮਦਾਰੀ ਕਦੇ ਚੌਂਕ 'ਚ ਖਲੋ ਕੇ ਡੁਗਡੁਗੀ ਵਜਾਉਂਦੇ ਸੀ, ਅੱਜ ਉਹਨਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਆ ਗਈ। ਔਰ ਉਹ ਕਿਸ ਕਾਮਯਾਬੀ ਦੇ ਨਾਲ ਡੁਗਡੁਗੀ ਵਜਾਉਂਦੇ ਨੇ, ਕਿਵੇਂ ਉਸੇ ਕਿਸਮ ਦੀ ਭੀੜ, ਜਿਵੇਂ ਉਹ ਜਿਹੜੀ ਕਿਉਰਿਓਸਿਟੀ ਬੱਚਿਆਂ 'ਚ ਬਹੁਤ ਕਿਉਰਿਓਸਿਟੀ ਹੁੰਦੀ ਸੀ ਜਦੋਂ ਉਸ ਮਦਾਰੀ ਦਾ ਤਮਾਸ਼ਾ ਦੇਖਣਾ ਜੀ, ਔਰ ਵੱਡਿਆਂ 'ਚ ਵੀ ਹੁੰਦੀ ਸੀ ਕਿਉਂਕਿ ਕਈ ਜਿਹੜੇ ਨੇ ਉਹ ਸੱਪ ਹੀ ਦੇਖਣਾ ਚਾਹੁੰਦੇ ਸੀ, ਕਈਆਂ ਨੂੰ ਬਾਂਦਰੀ ਦਾ ਨਾਚ ਬੜਾ ਚੰਗਾ ਲੱਗਦਾ ਸੀ। ਸੋ ਉਹ ਸਾਰਿਆਂ ਦੇ ਵਿੱਚ ਇੱਕ ਬੜੀ ਕਿਉਰਿਓਸਿਟੀ ਹੋਣੀ, ਔਰ ਮਦਾਰੀ ਨੇ ਆਪਣਾ ਕੰਮ ਕਰ ਜਾਣਾ। ਅਖੀਰ ਉਹਨੇ ਜਿਹੜੀ ਹੈ ਆਪਣਾ ਜੋ ਉਹਦੇ ਕਚਕੌਲ 'ਚ ਆਇਆ ਉਹ ਲੈ ਕੇ ਉਹਨੇ ਤੁਰਦੇ ਹੋਣਾ। ਹੁਣ ਉਹੀ ਵੱਡੀਆਂ ਭੀੜਾਂ, ਮੈਨੂੰ ਜਦੋਂ ਕੱਲ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਕਿਸ ਅੰਦਾਜ਼ ਦੇ ਵਿੱਚ ਮੋਦੀ ਦਾ 50,000 ਤਮਾਸ਼ਾ
ਔਰ ਇਸੇ ਨੂੰ ਹੀ ਜਿਹੜਾ ਤਮਾਸ਼ਾ ਵੀ ਕਹਿੰਦੇ ਸੀ, ਕਿਉਂਕਿ ਤਮਾਸ਼ਾ ਇਹ ਹੈ ਕਿ ਹਕੀਕਤ ਤਾਂ ਨਹੀਂ ਹੈ, ਲੇਕਿਨ ਉਹ ਤਮਾਸ਼ਾ ਹੈ, ਤੁਹਾਨੂੰ ਐਂਟਰਟੇਨ ਕਰਦਾ ਹੈ, ਤੁਸੀਂ ਉਸ ਨੂੰ ਦੇਖਦੇ ਹੋ, ਸਵਾਦ ਆਉਂਦਾ ਹੈ, ਤਾੜੀਆਂ ਮਾਰਦੇ ਨੇ। ਸੋ 50,000 ਤਮਾਸ਼ਬੀਨ ਜਿਹੜਾ ਅਮਰੀਕਾ 'ਚ, ਮੈਂ ਕਈ ਵਾਰੀ ਦੇਖਦਾ ਹਾਂ ਵੀ ਇਹ ਕਿੱਡਾ ਕੁ ਵੱਡਾ ਹੈ। ਜੇ ਇਹ ਝੂਠਾ ਦਾਵਾ ਕਰਦੇ ਨੇ ਜੀ 4 ਮਿਲੀਅਨ ਹਿੰਦੁਸਤਾਨੀ ਇੱਥੇ ਰਹਿੰਦੇ ਨੇ, ਜਿਹੜਾ ਬਿਲਕੁਲ ਸਫੇਦ ਝੂਠ ਹੈ, ਤੇ ਸਿਰਫ ਤੁਸੀਂ ਇੰਨਾ ਜ਼ੋਰ ਲਾ ਕੇ ਕਈ ਮਹੀਨੇ ਫਿਰ ਮੁਫਤ, ਫਿਰ ਇਹ ਵੀ ਨਹੀਂ ਸੀ ਵੀ ਟਿਕਟ ਰੱਖੀ ਹੋਈ ਹੈ, ਰਜਿਸਟ੍ਰੇਸ਼ਨ ਸੀ ਮੁਫਤ। ਉਹ ਜਿਹੜਾ ਇੱਕ ਵੱਡਾ ਮਦਾਰੀ, ਉਹਨਾਂ ਨੇ ਕਿਹਾ ਜੀ ਦਿੱਲੀ ਤੋਂ ਆਏਗਾ ਇੱਕ ਮਦਾਰੀ, ਔਰ ਉਹ ਜਿਹੜਾ ਤੁਹਾਨੂੰ ਤਮਾਸ਼ਾ ਦਿਖਾਏਗਾ, ਔਰ ਉਸ ਫੁੱਟਬਾਲ ਜਿਹੜਾ ਗਰਾਊਂਡ ਦੇ ਵਿੱਚ ਉਹਨਾਂ ਨੇ 50,000 ਤਮਾਸ਼ਬੀਨ ਇਕੱਠੇ ਕੀਤੇ, ਔਰ ਉਹ ਤਮਾਸ਼ਾ ਸ਼ੁਰੂ ਹੋਇਆ। ਔਰ ਜ਼ਾਹਰ ਹੈ ਕਿ ਜਿਹੜੇ ਗੋਦੀ ਮੀਡੀਆ ਉੱਥੋਂ ਦੇ ਸਾਰੇ ਇਲੈਕਟ੍ਰੋਨਿਕ ਟੀਵੀ ਚੈਨਲ 4 ਘੰਟੇ, ਕਿਉਂਕਿ ਜਦੋਂ ਇੱਥੇ ਸ਼ੁਰੂ ਹੋਇਆ ਉੱਥੇ ਰਾਤ ਸੀ, और वो उछल उछल के कुर्सियां तो कि हमारे मोदी ने अमेरिका फतह कर ली, देखो कैसे ट्रंप भी मोदी के पीछे भाग रहा है, कर करा के वो तो सारे जड़े ने वो तो सुते ही नहीं, बहुतियां दे गले बह गए, सवेरे उठ के वो हनी दे नाल जिहड़ा वो पींदे होणगे चाह ते जी गला ठीक करना। पर जिस तमाशे नूं जिस क्राउड नूं ये बेचना चाहुंदे सी, बिल्कुल, और ये गल मैं नहीं कहंदा, उन्हां दे जिहड़े थोड़े बहुत निरपक्ष ਜਿਹੜੇ ਨੇ ਕਮੈਂਟੇਟਰ ਨੇ, ਨਾ CNN ਨਾ BBC ਨਾ ਫਰਾਂਸ ਦੇ ਟੀਵੀ ਚੈਨਲ ਨਾ ਅਲ ਜਜ਼ੀਰਾ, ਕਿਤੇ ਵੀ ਉਹਦਾ ਨਾਮੋ ਨਿਸ਼ਾਨ ਵੀ ਨਹੀਂ ਸੀ। ਇਹਨਾਂ ਦੇ 4-4 ਘੰਟੇ ਲਾਈਵ ਵੱਡੀਆਂ ਵੱਡੀਆਂ ਸਕਰੀਨਾਂ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਸੀ, ਕਿਉਂਕਿ ਇਹ ਤਮਾਸ਼ਾ ਦੋ ਕਿਸਮ ਦੇ ਲੋਕਾਂ ਦੇ ਲਈ ਸੀ। ਉਹਦੇ 'ਚ ਤੀਸਰਾ ਜਿਹੜਾ 330 ਮਿਲੀਅਨ ਅਮਰੀਕਨ ਹੈ, ਉਹਨਾਂ ਦੀ ਕੋਈ ਦਿਲਚਸਪੀ ਨਹੀਂ ਸੀ। लेकिन इस ਜਿਹੜਾ ਵੱਡਾ ਮਦਾਰੀ ਮੋਦੀ, ਜਿੱਥੇ ਜਿਹਦੀ ਕਿ ਆਪਣੀ ਇਕਨੋਮੀ ਉੱਥੇ ਬਿਲੋ 5%, ਔਰ ਦੇਖੋ ਮਦਾਰੀ ਦਾ ਜਿਹੜਾ ਇੱਕ ਪਾਰਟ ਹੁੰਦਾ ਹੈ ਜਿੱਥੇ ਮਦਾਰੀ ਲੋਕਾਂ ਨੂੰ ਸਪੈਲ ਬਾਉਂਡ ਰੱਖਦਾ ਹੈ ਜੀ, ਕਿਉਂਕਿ ਇਹ ਮਦਾਰੀ ਦੀ ਜਿਹੜੀ ਹੈ ਉਹ ਪਛਾਣ ਵੀ ਹੁੰਦੀ ਹੈ ਕਿ ਉਹਨੇ ਅਖੀਰ ਤੱਕ ਜਦੋਂ ਕਿ ਉਹਨੇ ਆਪਣਾ ਕੌਲਾ ਘਮਾਣਾ ਹੈ ਸਾਰਿਆਂ ਦੇ ਵਿੱਚ, ਹਰ ਇੱਕ ਉੱਥੋਂ ਉੱਠ ਨਾ ਜਾਏ ਜਿਹੜਾ ਵੀ ਬਹਿ ਰਿਹਾ, ਇਸ ਲਈ ਕੁਛ ਨਾ ਕੁਛ एंटरटेनमेंट लगी रहती है, कोई ना कोई लतीफे भी सुना रहता सी। और सैकंड ये हुंदा है कि भी अल्टीमेटली उन्हें अपना सौदा बेचना। हुण ज़ाहिर है कि ये जिहड़ा ह्यूस्टन दे विच इन्हां मदारियां ने जिहड़ा अपना तमाशा लाया, जिस तमाशे दे विच ज़ाहिर है ट्रंप अमरीका दे प्रेजिडेंट भी जिहड़े ने उन्हां ने शमूलियत कीती। पहला तो असीं ये देखिए कि भी इस सारे चों इन्हां ने की कढ़िया, पर इस दी भी गल करन तो पहला ਅਸੀਂ ਇਹ ਦੱਸ ਦਈਏ ਕਿ ਇੱਕ ਪਾਸੇ ਹਿੰਦੂਤਵੀ ਤਮਾਸ਼ਬੀਨ ਜਿਹੜੇ ਕਿ ਢੋਏ ਗਏ, ਲਿਆਂਦੇ ਗਏ, ਜਿਨ੍ਹਾਂ ਦੇ ਲਈ ਲੱਖਾਂ ਡਾਲਰ ਉਹ ਕਿੱਥੋਂ ਆਇਆ, ਕਿਹੜੀ ਹਕੂਮਤ ਨੇ ਖਰਚ ਕੀਤਾ, ਇੰਡੀਅਨ ਐਮਬੈਸੀ ਦੇ ਜਿਹੜੇ ਬਲੈਕ ਫੰਡਸ ਨੇ ਉਹਦੇ ਚੋਂ ਆਇਆ, ਇੱਥੋਂ ਦੇ ਵਪਾਰੀਆਂ ਨੇ ਦਿੱਤਾ, ਕਿਵੇਂ ਜਿਹੜੇ ਅਮਰੀਕਨ ਜਿਹੜਾ ਸਿਸਟਮ ਹੈ ਜਿਹੜਾ ਅੱਖ ਰੱਖਦਾ ਐਥਿਕਸ ਦੇ ਉੱਤੇ, ਉਹਦੇ ਲਈ ਵੀ ਇਹ ਪੜਤਾਲ ਕਰਨੀ ਬਣਦੀ ਹੈ। और ये गल ऑलरेडी मीडिया च आई, और हो सकता इसकी पड़ताल भी हो भी शायद पहली बार अमरीका च होया होगा। हालांकि चार्ज तो ट्रंप ते लगता है कि भी पिछली चोण दे वेले उन्होंने किवें जिहड़ा रशियन इंटैलीजेंस की हैल्प लई हिलरी क्लिंटन दियां ईमेल जां दूसरियां उन्हां दे विच जिहड़ी है उस नूं ब्रेक इन कीता, हैक कीता, और वो डाटा जिहड़ा सामने आया उहदी अजे भी चल रही है। और एक जिहड़ा केस पिछले 2-3 दिन तो चर्चा दे विच है कि किवें जो बाइडन जिहड़ा हुण डेमोक्रेटां दा एक कैंडीडेट जिहने जिहड़ा रन कर रहा अपनी कैंडीडेसी लई, उस नूं किवें प्रेजिडेंट ट्रंप ने शायद यूक्रेन के कित्थों दे प्रेजिडेंट जिहदे नाल जो बाइडन दा लड़का उत्थे कोई इनवॉल्व है थोड़ा बहुत किसी बिजनेस, ਉਹਨੂੰ ਫੋਨ ਕਰਕੇ ਕਿਹਾ ਕਿ ਜੀ ਜਿਹੜੇ ਕਰਪਸ਼ਨ ਚਾਰजेस ਨੇ ਉਹਦੇ ਖਿਲਾਫ ਬਾਈਡਨ ਦੇ ਮੁੰਡੇ ਦੇ ਉਹਦੇ ਬਾਰੇ ਦੱਸੋ, ਜਿਹਦੇ ਤੇ ਕਾਫੀ ਚਰਚਾ ਹੈ ਕਿ ਵੀ ਇਹ ਇਸ, ਪਰ ਮੈਂ ਸਮਝਦਾ ਹਾਂ ਵੀ ਜੇ ਸੱਚਮੁੱਚ ਇੱਥੋਂ ਦੇ ਸਿਸਟਮ ਦੇ ਵਿੱਚ ਵੀ ਕੋਈ ਜਾਨ ਰਹੀ ਆਉਣ ਵਾਲੇ ਦਿਨਾਂ ਦੇ ਵਿੱਚ, ਇਸ ਗੱਲ ਦੇ ਉੱਤੇ ਵੀ ਟਰੰਪ ਨੂੰ ਜਿਹੜਾ ਉਹ ਆਨਸਰੇਬਲ ਬਣਾਇਆ ਜਾਏਗਾ, ਔਰ ਈਵਨ ਇੰਡੀਆ ਨੂੰ ਆਨਸਰੇਬਲ ਬਣਾਇਆ ਜਾਏਗਾ। ਇਹ ਸ਼ਾਇਦ ਪਹਿਲੀ ਵਾਰ ਹੋਇਆ ਕਿ ਇੱਕ ਅਮਰੀਕਾ ਦੀ ਧਰਤੀ ਦੇ ਉੱਤੇ, ਜਿੱਥੇ ਅਮਰੀਕਾ ਅੱਜ ਵੀ ਇੱਕ ਸੁਪਰ ਪਾਵਰ ਹੈ, ਇੱਕ ਦੂਸਰੇ ਦੇਸ਼ ਦਾ ਪ੍ਰਧਾਨ ਮੰਤਰੀ ਉਹ ਆ ਕੇ ਆਪਣੇ ਦੇਸ਼ ਦੇ ਜਿਹੜੇ ਮੂਲ ਵਾਲੇ ਲੋਕ ਨੇ, ਅਦਰਵਾਈਜ਼ ਉਹ ਅਮਰੀਕਨ ਨੇ ਮੈਜੋਰਿਟੀ, ਉਹਨਾਂ ਨੂੰ ਇਕੱਠੇ ਕਰਕੇ 2020 ਦੀ ਕੈਂਪੇਨ ਜਿਹੜੀ ਟਰੰਪ ਨੇ ਸ਼ੁਰੂ ਕਰਨੀ ਹੈ,
ਬਿਲਕੁਲ ਉਸ ਦੀ ਉਹ ਓਪਨਿੰਗ ਰੈਲੀ ਬਣ ਜਾਏ ਔਰ ਉਸ ਨੂੰ ਬਿਠਾ ਕੇ ਉਹ ਕਹਿ ਰਿਹਾ ਹੋਏ ਕਿ ਅਬ ਕੀ ਬਾਰ ਟਰੰਪ ਸਰਕਾਰ। ਜੀ ਇਸ ਤੋਂ ਵੱਡੀ ਇੰਟਰਫੀਰੈਂਸ ਅਮਰੀਕਾ ਦੇ ਵਿੱਚ, ਕਿਉਂਕਿ ਜਿਹੜੀ ਇੰਟਰਫੀਰੈਂਸ ਹੈ ਸਿਰਫ ਮਨੀ ਮੈਟਰ 'ਚ ਨਹੀਂ ਹੁੰਦੀ। ਜੇ ਇੱਥੇ ਅਮਰੀਕਾ ਦੇ ਐਂਬੈਸਡਰ ਜਾਂ ਦੂਜੇ ਤੀਜੇ ਜਿਹੜੇ ਆਪਣੇ ਕ੍ਰੈਡੈਂਸ਼ੀਅਲਸ ਦਿੰਦੇ ਨੇ ਆ ਕੇ, ਉਹ ਕਿਸੇ ਮਾਮਲੇ 'ਚ ਵੀ ਜਿਹੜੇ ਅਮਰੀਕਨ ਸਿਟੀਜ਼ਨ ਨੇ ਭਾਵੇਂ ਉਹ ਇੰਡੀਅਨ ਓਰੀਜਨ ਦੇ ਹੋਣ, ਉਹਨਾਂ ਦੇ ਮਾਮਲਿਆਂ 'ਚ ਇੰਟਰਫੀਰੈਂਸ ਨਹੀਂ ਕਰ ਸਕਦੇ। ਉਹਨਾਂ ਦਾ ਕੰਮ ਸਿਰਫ ਤੇ ਸਿਰਫ ਆਪਣੀ ਕੰਟਰੀ ਦੀ ਨੁਮਾਇੰਦਗੀ ਹੈ, ਜਾਂ ਉਹਦੇ ਲਈ ਉਹ ਵੀਜ਼ਾ ਕਿਹਨੂੰ ਦੇਣਾ ਹੈ ਨਹੀਂ ਦੇਣਾ, ਇਹਦੇ ਤੇ ਉਹਨਾਂ ਦਾ ਕੰਟਰੋਲ ਹੈ। ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਇਹ ਡਾਇਰੈਕਟ ਇੰਟਰਫੀਰੈਂਸ ਅਮਰੀਕਾ ਦੇ ਸਿਸਟਮ ਦੇ ਵਿੱਚ, ਔਰ ਉਸ ਦੇ ਵਿੱਚ ਵੋਟ ਮੰਗਣੀ ਦੂਸਰੇ ਦਾ। ਇਸ ਤੋਂ ਵੱਧ ਕੇ ਹੋਰ ਕੀ ਤੁਸੀਂ ਇੰਟਰਫੀਰੈਂਸ ਕਰ ਸਕਦੇ ਹੋ? ਜਿਹੜਾ ਦੂਸਰਾ ਪਾਰਟ ਇਹਦੇ ਨਾਲ ਜੁੜਿਆ ਹੋਇਆ, ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਵੀ ਮੁਲਕਾਂ ਦੀਆਂ ਆਪਣੀਆਂ ਨੀਤੀਆਂ ਹੁੰਦੀਆਂ ਨੇ, ਕੋਈ ਕਿਸੇ ਦੇ ਕਰੀਬ ਹੈ, ਕੋਈ ਖਿਲਾਫ ਹੈ, ਲੇਕਿਨ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਬਿਠਾ ਕੇ ਜੇ ਮੋਦੀ ਪਾਕਿਸਤਾਨ ਦੇ ਖਿਲਾਫ ਸਿੱਧਾ ਫਾਇਰ ਖੋਲਦਾ ਹੈ, ਉਦੋਂ ਦਹਿਸ਼ਤਗਰਦੀ ਲਈ ਦੋਸ਼ੀ ਦੱਸਦਾ ਹੈ, ਆਪਣੇ ਦੇਸ਼ ਦੇ ਵਿੱਚ ਜਿਹੜਾ ਕਿ ਅੱਜ ਜਿਹੜਾ 50ਵਾਂ ਦਿਨ ਹੈ, ਉਹ ਜ਼ਾਹਰ ਹੈ ਕੱਲ 49ਵਾਂ ਦਿਨ ਸੀ, ਜਿੱਥੇ 80 ਲੱਖ ਲੋਕ ਇੱਕ ਖੁੱਲੀ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ, ਉਹਨੂੰ ਜਸਟੀਫਾਈ ਕਰਨ ਦੇ ਲਈ ਉਹ ਕਹਿੰਦਾ ਜੀ 2 ਵਾਰ ਉਹ ਖੜਾ ਕਰਦਾ ਹੈ ਕਰਾਊਡ ਨੂੰ। ਇੱਕ ਵਾਰ ਕਿ ਜੀ ਦੇਖੋ ਦੇਸ਼ ਦੇ ਸੰਸਥਾ ਨੇ, ਸਾਡੀ ਭਾਵੇਂ ਰਾਜ ਸਭਾ ਦੇ ਵਿੱਚ ਕੋਈ ਮੈਜੋਰਟੀ ਨਹੀਂ ਸੀ, ਮਤਲਬ ਅਸੀਂ ਤਾਂ ਮਾਈਨੋਰਿਟੀ 'ਚ ਸੀ, ਪਰ ਸਾਡੇ ਅਪਰ ਹਾਊਸ 'ਚ ਵੀ ਲੋਕ ਸਭਾ 'ਚ ਵੀ 2/3 ਜਿਹੜੇ ਨੇ ਪਾਰਲੀਮੈਂਟੇਰੀਅਨ, ਉਹਨਾਂ ਨੇ ਉਹ ਜੋ 70 ਸਾਲ ਤੋਂ ਜਿਹੜਾ ਕੰਮ ਚੱਲ ਰਿਹਾ ਉਹਨੂੰ ਖਤਮ ਕੀਤਾ। ਖੁਸ਼ਹਾਲੀ ਆਏਗੀ, ਲਦਾਖ 'ਚ ਆਏਗੀ, ਜੰਮੂ 'ਚ ਆਏਗੀ, ਔਰ ਟਰੰਪ ਜਿਹੜਾ ਉਹ ਸਾਹਮਣੇ ਬੈਠਾ। ਹੁਣ ਜ਼ਾਹਰ ਹੈ ਕਿ ਇਹ ਤੁਸੀਂ ਜਿਹੜੀ ਇੱਕ ਗ੍ਰੌਸ ਵਾਇਓਲੇਸ਼ਨ ਹੀ ਨਹੀਂ ਕਰ ਰਹੇ, ਤੁਸੀਂ 80 ਲੱਖ ਲੋਕਾਂ ਦੇ ਬੇਸਿਕ ਰਾਈਟਸ ਜਿਹੜੇ UN ਚਾਰਟਰ ਦੇ ਥੱਲੇ ਨੇ, ਜਿਨ੍ਹਾਂ ਵੈਲਿਊਜ਼ ਦੇ ਉੱਤੇ ਅਮਰੀਕਾ ਖੜਾ ਜਦੋਂ ਗੱਲ ਅਗੇਂਸਟ ਪਰਸੀਕਿਊਸ਼ਨ ਦੀ ਹੁੰਦੀ ਹੈ, ਤੇ ਉੱਥੇ ਬਿਠਾ ਕੇ ਤੁਸੀਂ ਆਪਣੀ ਡੋਮੈਸਟਿਕ ਨੀਤੀ ਨੂੰ ਉਸ ਕਰਾਊਡ ਤੋਂ, ਜਿਹੜੀ ਕਿ ਮੈਨਿਕ ਕਰਾਊਡ ਤੁਸੀਂ ਇਕੱਠੀ ਕੀਤੀ ਹੈ ਹਿੰਦੂਤਵਾਦੀ, ਜਿਵੇਂ ਨਾਜ਼ੀਆਂ ਦੀਆਂ ਵੱਡੀਆਂ ਰੈਲੀਆਂ ਹੁੰਦੀਆਂ ਸੀ, ਉਹਨਾਂ ਤੋਂ ਤੁਸੀਂ ਐਂਡੋਰਸ ਕਰਵਾ ਰਹੇ ਹੋ। ਫਿਰ ਗੱਲ ਇੱਥੇ ਨਹੀਂ ਰੁਕੀ, ਤੁਸੀਂ ਗਵਾਂਢੀ ਮੁਲਕ ਨੂੰ, ਜਿਹੜਾ ਮੁਲਕ ਅਮਰੀਕਾ ਦਾ ਸਾਥੀ ਸਹਿਯੋਗੀ ਰਿਹਾ, ਸੋਵੀਅਤ ਯੂਨੀਅਨ ਨੂੰ ਬਾਹਰ ਕੱਢਣ ਵੇਲੇ 10 ਸਾਲ ਉਹਨਾਂ ਦੀ ਧਰਤੀ ਵੀ ਇਸਤੇਮਾਲ ਹੋਈ ਔਰ ਉਹਨਾਂ ਦੇ ਲੋਕ ਵੀ ਮਾਰੇ ਗਏ। 9/11 ਤੋਂ ਬਾਅਦ ਜਿਹੜੀ ਜੰਗ ਦਹਿਸ਼ਤਗਰਦੀ ਦੇ ਖਿਲਾਫ ਹੈ, 70,000 ਤੋਂ ਜ਼ਿਆਦਾ ਜਿਸ ਮੁਲਕ ਦੇ ਸ਼ਹਿਰੀ ਜਿਹੜੇ ਨੇ ਉਹ ਮਾਰੇ ਜਾਂਦੇ ਨੇ, ਸਿਵਿਲੀਅਨ ਔਰ ਦੂਸਰੇ। ਜਿਸ ਮੁਲਕ ਨੂੰ ਅਮਰੀਕਾ ਦਾ ਪ੍ਰੈਜ਼ੀਡੈਂਟ ਕਹਿ ਰਿਹਾ ਜੀ ਸਾਨੂੰ ਅਫਗਾਨਿਸਤਾਨ ਚੋਂ ਸੇਫ ਪੈਸੇਜ ਦਿਵਾਉਣ ਦੇ ਲਈ ਤੁਸੀਂ ਲੀਡ ਕਰੋ, ਉਸ ਮੁਲਕ ਦੇ ਬਾਰੇ ਉਹ ਜਿਹੜਾ ਉਹ ਨਾ ਸਿਰਫ ਉਹਨਾਂ ਨੂੰ ਜਿਹੜਾ ਉਹ ਭੰਡ ਰਿਹਾ, ਇੱਕ ਵਾਰ ਫੇਰ ਲੋਕਾਂ ਨੂੰ ਖੜੇ ਕਰਾ ਕੇ ਸਟੈਂਡਿੰਗ ਓਵੇਸ਼ਨ ਲੈ ਰਿਹਾ, ਔਰ ਉਹਨੂੰ ਦਹਿਸ਼ਤਗਰਦੀ ਨਾਲ ਜੋੜ ਕੇ ਟਰੰਪ ਨੂੰ ਜਿਹੜਾ ਉਹ ਦਹਿਸ਼ਤਗਰਦੀ ਦੇ ਖਿਲਾਫ ਲੜਨ ਵਾਲਾ ਜਿਹੜਾ ਵੱਡਾ ਚੈਂਪੀਅਨ ਬਣਾ ਰਿਹਾ। ਹੁਣ ਇਹ ਗੱਲਾਂ ਛੋਟੀਆਂ ਨਹੀਂ ਨੇ, ਔਰ ਅਲਟੀਮੇਟਲੀ ਅੱਜ ਬੇਸ਼ੱਕ ਟਰੰਪ ਨੂੰ ਜਾਂ ਉਹਦੇ ਜਿਹੜੇ ਵੀ ਐਡਵਾਈਜ਼ਰ ਨੇ ਉਹਨਾਂ ਨੂੰ ਇਹ ਪ੍ਰਭਾਵ ਦਿੱਤਾ ਹੋਏ ਕਿ ਜੀ ਆ ਜਿਹੜੀਆਂ 50,000 ਨੇ ਤੁਹਾਡੀਆਂ ਵੋਟਾਂ ਨੇ, ਕਿਉਂਕਿ ਅਮਰੀਕਾ ਦੇ ਵਿੱਚ ਟ੍ਰੈਡੀਸ਼ਨਲੀ ਰਵਾਇਤੀ ਤੌਰ ਦੇ ਉੱਤੇ ਜਿਹੜੇ ਇਮੀਗ੍ਰੈਂਟ ਨੇ ਬਾਹਰੋਂ ਆਉਂਦੇ ਨੇ, ਉਹ 90% ਡੈਮੋਕ੍ਰੇਟਾਂ ਨੂੰ ਵੋਟ ਪਾਉਂਦੇ ਨੇ, ਉਹ ਰਿਪਬਲਿਕਨ, ਕਿਉਂਕਿ ਇਹਨਾਂ ਦੀ। ਔਰ ਇਹਦੇ 'ਚ ਇੱਕ ਹੋਰ ਜਦੋਂ ਅਸੀਂ ਇੱਕ ਤੋਂ ਬਾਅਦ ਇੱਕ ਅਪਵਾਦ ਦੇਖਦੇ ਹਾਂ, ਕੰਟਰਾਸਟ ਦੇਖਦੇ ਹਾਂ, ਜਾਂ ਆਪਾ ਵਿਰੋਧੀ ਚੀਜ਼ਾਂ ਦੇਖਦੇ ਹਾਂ, ਜਿਹੜਾ ਟਰੰਪ ਆਪਣੇ ਇਲੈਕਸ਼ਨ ਕੈਂਪੇਨ 'ਚ ਪਹਿਲਾਂ ਵੀ ਔਰ ਹੁਣ ਵੀ ਇਸ ਕੈਂਪੇਨ ਲਈ ਵੀ ਜਿਹੜੇ ਉਹਦੇ ਬੇਸਿਕ ਜਿਹੜੇ ਨੇ ਉਹ ਪ੍ਰੋਪੇਗੈਂਡਾ ਪੁਆਇੰਟ ਨੇ ਅਗੇਂਸਟ ਇਮੀਗ੍ਰੇਸ਼ਨ, ਕਿ ਜੀ ਬਿਲਕੁਲ ਬੰਦ ਕਰ ਦਿਓ, ਇਹ ਵੀ ਨਾ ਆਏ, ਲੋਟਰੀ ਸਿਸਟਮ ਬੰਦ ਕਰ ਦਿਓ, ਫਲਾਣਾ ਕਰ ਦਿਓ, H-1 ਬੰਦ ਕਰ ਦਿਓ, ਦੀਵਾਰ ਕੱਢ ਲਓ, ਦੂਜਾ ਕੱਢ ਲਓ। ਉਹ ਜਿਹੜਾ ਹੈ ਉਹਨਾਂ ਦੀ ਕਰਾਊਡ 'ਚ ਖਲੋ ਕੇ, ਇਮੀਗ੍ਰੈਂਟਸ ਦੀ ਕਰਾਊਡ ਦੇ ਵਿੱਚ ਖਲੋ ਕੇ ਕਹਿ ਰਿਹਾ ਗ੍ਰੇਟ ਇੰਡੀਅਨ ਅਮਰੀਕਨਸ, ਗ੍ਰੇਟ ਫਲਾਣਾ, ਗ੍ਰੇਟ, ਔਰ ਬਹੁਤ ਵੱਡੀ ਕੰਟਰੀਬਿਊਸ਼ਨ ਔਰ ਦਿਸ ਦੈਟ, ਕਿਉਂਕਿ ਉਹਨੂੰ ਲੱਗ ਰਿਹਾ ਵੀ ਇਹ ਜਿਹੜੇ ਸਾਰੇ ਨੇ ਇਹਨਾਂ ਨੇ ਅਦਰਵਾਈਜ਼ ਤਾਂ ਰਿਪਬਲਿਕਨਾਂ ਨੂੰ ਵੋਟਾਂ ਨਹੀਂ ਪਾਉਣੀਆਂ, ਹੁਣ ਇਹ ਜਿਹੜੇ ਸਾਰੇ ਨੇ ਹਿੰਦੂ ਮੈਨਿਕ ਇਕੱਠੇ ਕੀਤੇ ਹੋਏ ਨੇ, ਹਿੰਦੂ ਤੋਂ ਵੀ ਮੈਨਿਕ, ਔਰ ਇਹ ਜਿਹੜੇ ਨੇ ਇਹ ਵੋਟਾਂ ਪਾਉਣਗੇ। ਹੁਣ ਇਸ ਸਾਰੇ ਨੂੰ ਤੁਸੀਂ ਜਦੋਂ ਇੱਕ ਕੰਟੈਕਸਟ ਦੇ ਵਿੱਚ ਦੇਖਦੇ ਹੋ ਤੇ ਫਿਰ ਇਹ ਨਜ਼ਰ ਆ ਰਿਹਾ ਹੈ ਕਿ ਇਹ ਇਕੱਲੀ ਬਦਕਿਸਮਤੀ ਸਾਊਥ ਏਸ਼ੀਆ ਦੇ ਲੋਕਾਂ ਦੀ ਨਹੀਂ ਹੈ। ਮੈਂ ਸਮਝਦਾ ਹਾਂ ਵੀ ਜਿਸ ਨੂੰ ਕੋਈ ਮੁਨਸਫ ਮੰਨਦਾ ਹੈ, ਮੁਨਸਫ ਅਸੀਂ ਜੱਜ ਨੂੰ ਕਹਿੰਦੇ ਹਾਂ, ਆਰਬਿਟ੍ਰੇਸ਼ਨ ਨੂੰ ਕਹਿੰਦੇ ਹਾਂ, ਸਾਲਸ ਨੂੰ ਕਹਿੰਦੇ ਹਾਂ,
ਔਰ ਮੈਨੂੰ ਯਾਦ ਹੈ ਇੱਕ ਪੰਜਾਬੀ ਦੇ ਕਵੀ ਨਾਕਸ ਹੋਏ ਨੇ, ਉਹਨਾਂ ਦੀ ਮੈਨੂੰ ਪੂਰਾ ਉਹਨਾਂ ਦਾ ਤਾਂ ਕਪਲੇਟ ਯਾਦ ਨਹੀਂ ਹੈ, ਲੇਕਿਨ ਉਹਨਾਂ ਦੀ ਇੱਕ ਲਾਈਨ ਹੈ ਕਿ ਜਿਹੜਾ ਮੁਨਸਫ ਦੀ ਕੁਰਸੀ ਤੇ ਬਹਿ ਕੇ ਇਨਸਾਫ ਨਹੀਂ ਕਰਦਾ ਉਹਨੂੰ ਇੱਥੇ ਵੀ ਲਾਨਤ ਹੈ, ਉਹਨੂੰ ਉੱਥੇ ਵੀ ਲਾਨਤ ਹੈ, ਕਿ ਰੱਬ ਦੀ ਦਰਗਾਹ 'ਚ ਵੀ ਲਾਨਤ ਹੈ, ਇੱਥੇ ਵੀ ਲਾਨਤ ਹੈ। ਹੁਣ ਜ਼ਾਹਰ ਹੈ ਕਿ ਜਦੋਂ ਅਮਰੀਕਾ ਦੇ ਵੱਲ ਦੁਨੀਆ ਦੇ ਭਰ ਦੀਆਂ ਜਿਹੜੀਆਂ ਓਪਰੈਸਡ ਕੌਮਾਂ ਨੇ, ਓਪਰੈਸਡ ਲੋਕ ਨੇ, ਓਪਰੈਸਡ ਜਿਹੜੇ ਵੀ ਭਾਈਚਾਰੇ ਨੇ, ਉਹ ਦੇਖਦੇ ਨੇ ਕਿ ਜੀ ਅਮਰੀਕਾ ਸੁਪਰ ਪਾਵਰ, UN ਸਿਕਿਉਰਿਟੀ ਕਾਉਂਸਲ 'ਚ ਵੀ ਵੀਟੋ ਵੀਲਡਿੰਗ ਮੈਂਬਰ, ਔਰ ਉਹ ਮੁੱਦਾ ਜਿਸ ਦੇ ਉੱਤੇ ਖੁਦ ਟਰੰਪ ਨੇ ਇਮਰਾਨ ਖਾਨ ਉਹਨਾਂ ਦੀ ਵਿਜ਼ਿਟ ਦੇ ਵੇਲੇ ਲਾਸਟ ਕਿਹਾ ਹੋਇਆ ਕਿ ਜੀ ਮੈਂ ਸਾਲਸੀ ਨੂੰ ਤਿਆਰ ਹਾਂ, ਆਰਬਿਟ੍ਰੇਸ਼ਨ ਨੂੰ ਤਿਆਰ ਹਾਂ। ਹੁਣ ਜੇ ਆਰਬਿਟ੍ਰੇਸ਼ਨ ਤਾਂ ਤੁਸੀਂ ਉਹਦੀ ਕੀਤੀ ਜਾਂਦੀ ਹੈ ਜਿਹਦਾ ਕੋਈ ਮਸਲਾ ਹੁੰਦਾ, ਤੇ ਜੇ ਮਸਲੇ ਨੂੰ ਅੱਗੇ ਜਾ ਕੇ ਹੱਲ ਕਰਨ ਦੀ ਥਾਂ ਤੇ ਮਸਲੇ ਦੀ ਜੜ ਹੀ ਵੱਢ ਦਿੱਤੀ ਜਾਏ ਉਹਨਾਂ ਦੇ ਮੁਤਾਬਕ ਹੈ ਜੀ ਇਹ ਤਾਂ ਮਸਲਾ 72 ਸਾਲ ਦਾ ਸੀ, ਕਸ਼ਮੀਰ ਜੰਮੂ ਕਸ਼ਮੀਰ 'ਚ, ਔਰ ਇਹ ਮੋਦੀ ਆਪਣੀ ਸਪੀਚ ਕਹਿ ਰਿਹਾ ਕਿ ਜੀ ਜਿਹੜਾ ਇਹ ਖਤਮ ਕੀਤਾ ਹੈ ਇਹਦੇ ਨਾਲ ਲਦਾਖੀਆਂ ਨੂੰ, ਔਰਤਾਂ ਨੂੰ, ਦਲਿਤਾਂ ਨੂੰ ਬਹੁਤ ਫਾਇਦਾ ਹੋਏਗਾ, ਖੁਸ਼ਹਾਲੀ ਦਾ ਜਿਹੜਾ ਉਹ ਅਸੀਂ ਚਾਰ ਚਫੇਰੇ ਜਿਹੜਾ ਉਹ ਰੰਗ ਲਿਆ ਦੇਾਂਗੇ, ਔਰ ਉਹ ਪ੍ਰੈਜ਼ੀਡੈਂਟ ਉੱਥੇ ਬੈਠਾ ਹੋਇਆ। ਬਿਲਕੁਲ। ਹੁਣ ਇਹ ਕਿਹਨਾਂ ਨੇ ਐਡਵਾਈਸ ਕੀਤਾ, ਕਿਹਨੇ ਕੀ ਕੀਤਾ, ਇਹ ਬਾਅਦ ਚ ਦੇਖਣ ਦੀ ਗੱਲ ਹੈ, ਪਰ ਇਸ ਤੋਂ ਪਹਿਲਾਂ ਕਿ ਮੈਂ ਇਸ ਗੱਲ ਨੂੰ ਆਧਾਰ ਬਣਾ ਕੇ ਕਿ ਇਹਦੇ ਕੀ ਕਨਸੀਕੁਐਂਸਸ ਹੋਣਗੇ ਜਾਂ ਕੀ ਖੱਟਿਆ ਤੇ ਕੀ ਗਵਾਇਆ, ਪਰ ਇਸ ਸਾਰੇ ਚੋਂ ਇਸ ਨੂੰ ਜਿਵੇਂ ਮੈਂ ਕਿਹਾ ਵੀ ਅਮਰੀਕਨ ਔਰ ਇੰਟਰਨੈਸ਼ਨਲ ਮੀਡੀਆ ਨੇ ਤਾਂ ਫਲੈਸ਼ ਵੀ ਨਹੀਂ ਕਈ ਵਾਰੀ ਮਾਰਿਆ, ਸੋ ਇਹ ਗੱਲ ਆਪਣੇ ਆਪ 'ਚ ਸਾਬਤ ਕਰਦੀ ਹੈ ਕਿ ਇਹਨਾਂ ਨੂੰ ਵੀ ਪਤਾ ਸੀ ਕਿ ਇਹ ਮਦਾਰਖਾਨਾ ਹੈ, ਜੋ ਸਟੇਡੀਅਮ ਹੈ, ਔਰ ਇਹ ਮਦਾਰੀ ਇਕੱਠੇ ਨੇ ਇੱਥੇ, ਔਰ ਇਹ ਆਪਣਾ ਸੌਦਾ ਵੇਚ ਰਹੇ ਨੇ, ਉਹ ਆਪਣਾ ਸੌਦਾ ਵੇਚ ਰਿਹਾ, ਉਹਨੂੰ ਇਹ ਲੱਗ ਰਿਹਾ ਕਿ ਵੀ ਮੇਰੇ ਤੇ ਕੋਈ ਦਬਾਅ ਨਾ ਬਣੇ, ਔਰ ਜੋ ਮੈਂ ਹਿਊਮਨ ਰਾਈਟਸ ਵਾਇਲੇਸ਼ਨਸ ਕੀ, ਜਾਂ ਇਹ ਹੈ ਕਿ ਦੁਨੀਆ ਸੱਚਮੁੱਚ ਬੇਵਕੂਫ ਹੋ ਗਈ ਹੈ, ਤੇ ਜਾਂ ਉਹ ਸਮਝਦੇ ਨੇ ਵੀ ਬੇਵਕੂਫ ਹੋ ਗਈ ਕਿ ਜੇ ਜਿਸ ਬੰਦੇ ਨੂੰ 2002 ਦੇ ਵਿੱਚ ਗੁਜਰਾਤ ਦੇ ਚੀਫ ਮਿਨਿਸਟਰ ਬਣਨ ਤੋਂ ਬਾਅਦ 2014 ਤੱਕ ਜਿਹੜਾ ਅਮਰੀਕਾ ਦੀ ਧਰਤੀ ਤੇ ਪੈਰ ਨਹੀਂ ਰੱਖ ਸਕਦਾ, ਬਿਲਕੁਲ 12 ਸਾਲ ਜਿਸ ਤੇ ਪਾਬੰਦੀ ਹੈ, ਜਿਹਦੇ ਬਾਰੇ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀਆਂ ਰਿਪੋਰਟਸ ਨੇ, ਉਹ ਗ੍ਰੇਟ ਫਰੈਂਡ ਵੀ ਹੋ ਗਿਆ, ਉਹ ਗ੍ਰੇਟ ਡੈਮੋਕ੍ਰੇਸੀ ਵੀ ਹੋ ਗਈ, ਉਹ ਗ੍ਰੇਟ ਫਲਾਣਾ ਵੀ ਹੋ ਗਿਆ, ਜਿਹਦੇ ਰਾਜਕਾਜ ਦੇ ਵਿੱਚ ਸੈਂਕੜਿਆਂ ਲੋਕ ਲਿੰਚਿੰਗ ਨਾਲ ਮਾਰੇ ਜਾ ਰਹੇ। ਹੁਣ ਕੱਲ ਵੀ ਜਦੋਂ ਕਹਿ ਰਿਹਾ ਸੀ, 2 ਖਬਰਾਂ ਭਾਰਤ ਤੋਂ ਨੇ, ਰਾਜਸਥਾਨ 'ਚ ਇੱਕ ਨੌਜਵਾਨ ਲਿੰਚਿੰਗ ਕਰਕੇ ਮਾਰਤਾ ਜੀ, ਇਹ ਕੌ ਨੂੰ ਲਿਜਾ ਰਿਹਾ ਸੀ, ਇੱਕ ਝਾਰਖੰਡ ਦੇ ਵਿੱਚ ਮਾਰ ਦਿੱਤਾ, ਔਰ ਜਿਹੜੇ ਤਬਰੇਜ਼ ਹੋਏ, ਦੂਸਰੇ ਹੋਣ ਜਿਹੜੇ, ਔਰ ਜਿਸ ਥਾਂ ਦੇ ਉੱਤੇ ਜਿਹੜੀ ਜੁਡੀਸ਼ਰੀ ਹੈ ਉਹ ਟੋਟਲੀ ਸਬਸਰਵੀਐਂਟ ਹੋ ਗਈ ਹੋਏ, ਮੀਡੀਆ ਪੂਰੀ ਤਰ੍ਹਾਂ ਜਿਹੜਾ ਉਹਨਾਂ ਦਾ ਗੋਦੀ ਮੀਡੀਆ ਹੋਏ, ਇਹਨਾਂ ਦੇ ਆਪਣੇ ਇਹਨਾਂ ਨੂੰ ਸ਼ਰਮ ਨਹੀਂ ਆਈ ਕਿ ਇਹੀ ਟੈਕਸਾਸ ਸਟੇਟ ਹੈ ਜਿੱਥੇ ਸਾਰੇ ਸਾਊਥ ਦੇ ਸਾਊਦਰਨ ਬੈਪਟਿਸਟ ਚਰਚ ਔਰ ਦੂਸਰੇ ਨੇ ਘੱਟੋ ਘੱਟ ਆਪਣੇ ਉਹਨਾਂ ਪਾਦਰੀਆਂ ਨੂੰ, ਆਪਣੇ ਨਨਸ ਨੂੰ, ਆਪਣੇ ਗਿਰਜਿਆਂ ਵਾਲਿਆਂ ਨੂੰ 30 ਮਿਲੀਅਨ ਨੇ ਉੱਥੇ ਬੈਠੇ ਹੋਏ, ਉਹਨਾਂ ਨੂੰ ਵੀ ਬੁਲਾ ਕੇ ਪੁੱਛ ਲੈਂਦੇ ਕਿ ਭਾਈ ਤੁਹਾਡਾ ਕੀ ਹਾਲ ਹੈ, ਕਿੰਨੀ ਕੁ ਗ੍ਰੇਟ ਡੈਮੋਕ੍ਰੇਸੀ ਹੈ, ਕਿੰਨੇ ਤੁਹਾਨੂੰ ਇੱਥੇ ਤਾਂ 50,000 ਹਿੰਦੂ ਤੋਂ ਵੀ ਇਕੱਠਾ ਹੋ ਕੇ ਜੇ 80 ਲੱਖ ਲੋਕਾਂ ਦੇ ਰਾਈਟ ਵਾਇਲੇਸ਼ਨ ਹੀ ਨਹੀਂ, ਉਹਨਾਂ ਨੂੰ ਕੈਦ 'ਚ ਰੱਖਣ ਦੀ ਗੱਲ ਹੁੰਦੀ ਹੈ, ਤੇ 50,000 ਹਿੰਦੂ ਤੋਂ ਵੀ ਇਹਨਾਂ ਦੇ ਕਹਿਣ ਮੁਤਾਬਕ ਖੜਾ ਉਹ ਤਾੜੀਆਂ ਮਾਰ ਰਿਹਾ ਹੈ, ਸਟੈਂਡਿੰਗ ਓਵੇਸ਼ਨ ਹੈ, ਇਹ ਡੈਮੋਕ੍ਰੇਸੀ ਸੈਲੀਬ੍ਰੇਟ ਹੋ ਰਹੀ ਹੈ ਅਮਰੀਕਾ 'ਚ। ਇਹਨਾਂ ਨੂੰ ਕਹੋ ਜੀ ਤੁਹਾਨੂੰ ਜੇ ਇਹਨਾਂ ਹਾਲਾਤਾਂ ਦੇ ਵਿੱਚ ਗੋ ਹੋਮ ਵਾਲੀ ਸਿਚੁਏਸ਼ਨ ਬਣੇ ਤੇ ਫਿਰ ਤੁਸੀਂ ਕਿਹਦੀ ਮਾਂ ਨੂੰ ਮਾਸੀ ਕਹੋਗੇ? ਬਿਲਕੁਲ। ਸੋ ਜ਼ਾਹਿਰ ਹੈ ਕਿ ਵੀ ਇਹ ਇੱਕ ਡਿਸਅਪਾਇੰਟਿੰਗ ਪਾਰਟ ਵੀ ਸੀ, ਮਦਾਰਪੁਣਾ ਤਾਂ ਨਜ਼ਰ ਆ ਰਿਹਾ ਸੀ ਕੀ ਹੈ, ਜਿਹੜੇ ਸਮਝ ਸਕਦੇ ਹੋ। ਈਵਨ ਜਿਹੜਾ ਇਸ ਦੇ ਬਾਰੇ ਇੰਟਰਨੈਸ਼ਨਲ ਮੀਡੀਆ ਦੀ ਕਮੈਂਟਰੀ ਵੀ ਹੈ, ਇਲੈਕਟ੍ਰੋਨਿਕ ਨੂੰ ਛੱਡ ਕੇ ਪ੍ਰਿੰਟ ਮੀਡੀਆ, ਉਹਦੇ 'ਚ ਖਾਸ ਤੌਰ ਤੇ ਹਿਊਸਟਨ ਕ੍ਰੋਨਿਕਲ ਨੇ ਫਿਰ ਰਿਪੋਰਟਿੰਗ ਕੀਤੀ, ਔਰ ਇਹ ਦਿਲਚਸਪ ਗੱਲ ਸੀ ਕਿ ਜਿਸ ਦਿਨ ਹੋ ਰਹੀ ਸੀ ਮੋਦੀ, ਉਹੀ ਜਿਹੜਾ ਬਰਨੀ ਸੈਂਡਰਸ ਜਿਹਦੇ ਨੂੰ ਲੈ ਕੇ ਇਹ ਨੈਗੇਟਿਵਿਟੀ ਹਮੇਸ਼ਾ ਕਰਦੇ ਨੇ, ਉਹ ਇਸ ਵੇਲੇ ਰਨਿੰਗ ਕੈਂਡੀਡੇਟ ਹੈ ਡੈਮੋਕ੍ਰੈਟਸ ਦਾ ਪ੍ਰਾਇਮਰੀ ਦੇ ਲਈ, ਉਹਦਾ ਓਪੀਨੀਅਨ ਐਡੀਟੋਰੀਅਲ ਪੇਜ ਹਿਊਸਟਨ ਕ੍ਰੋਨਿਕਲਰ ਦੇ ਵਿੱਚ ਛਪਿਆ, ਜਿਹਦੇ 'ਚ ਉਹਨੇ ਕਿਹਾ ਕਿ ਵੀ ਇਹ ਬਿਲਕੁਲ ਗਲਤ ਹੈ, ਔਰ ਕਸ਼ਮੀਰ ਦੇ ਲੋਕਾਂ ਨੂੰ UN ਸਿਕਿਉਰਿਟੀ ਕਾਉਂਸਲਸ ਦੇ ਰੈਜ਼ੋਲੂਸ਼ਨਸ ਦੇ ਥੱਲੇ ਜਿਹੜਾ ਉਹ ਸਵੈ ਨਿਰਣੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮਿਲਣਾ ਚਾਹੀਦਾ ਹੈ। ਸੋ ਇਹ ਮੈਂ ਸਮਝਦਾ, ਔਰ ਇਸੇ ਤਰ੍ਹਾਂ ਹਿਊਸਟਨ ਕ੍ਰੋਨਿਕਲਰ ਨੇ ਪੂਰਾ ਜਿਹੜਾ ਉਹ ਬ੍ਰੇਕਅਪ ਦਿੱਤਾ ਵੀ ਕਿਸ ਮਿੰਟ 'ਚ ਕੀ ਹੋਇਆ, ਹਾਲਾਂਕਿ ਜ਼ਾਹਰ ਹੈ ਕਿ ਟਰੰਪ ਆਪਣੀ ਖੇਡ ਖੇਡ ਰਿਹਾ 2020 ਦੇ ਲਈ। ਉਸੇ ਦਿਨ ਹੀ
ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਵੀ ਆਇਆ ਹੋਇਆ ਸੀ, ਉਹ ਇੱਕ ਸਟੀਲ ਫੈਕਟਰੀ ਜਿਹਦਾ ਮਾਲਕ ਆਸਟ੍ਰੇਲੀਅਨ ਹੈ, ਇੰਨੇ ਜੌਬ ਕ੍ਰੀਏਟ ਹੋਣਗੇ, ਇੰਨੇ ਇਹ ਹੋਣਗੇ, ਫਿਰ ਇੱਧਰ ਆਇਆ। ਔਰ ਕਿਉਂਕਿ ਇੱਥੇ ਵੀ ਹੈ ਤਾਂ ਇਹ ਅਲਟੀਮੇਟਲੀ, ਕਿਉਂਕਿ ਹਿਊਸਟਨ ਜਿਹੜਾ ਕਰੂਡ ਆਇਲ ਔਰ ਦੂਸਰੇ ਹੁਣ ਵੱਡੀ ਡੀਲ ਇੰਡੀਆ ਦੀ ਬਾਂਹ ਮਰੋੜ ਕੇ ਉਹਨਾਂ ਤੋਂ ਲੈ ਰਹੇ ਨੇ ਜੌਬ ਕ੍ਰੀਏਸ਼ਨ ਦੀ ਗੱਲ, ਉਹ ਟੈਕਸਾਸ 'ਚ ਆਪਣੀਆਂ ਵੋਟਾਂ ਹੀ ਪੱਕੀਆਂ ਕਰ ਰਿਹਾ। ਲੇਕਿਨ ਕੁੱਲ ਮਿਲਾ ਕੇ ਇਸ ਸਾਰੇ ਦੇ ਬਾਵਜੂਦ ਜਿਹੜਾ ਪ੍ਰਿੰਟ ਮੀਡੀਆ ਦੇ ਸੌ ਥਰੂ ਦਾ ਗੇਮ, ਔਰ ਉਹਦੇ 'ਚ ਵਾਸ਼ਿੰਗਟਨ ਪੋਸਟ ਨੇ ਇਹ ਕਿਹਾ ਕਿ ਵੀ ਟਰੰਪ ਨੇ ਮੋਦੀ ਨੇ ਟਰੰਪ ਦੀ ਤਾਰੀਫ ਦੇ ਪੁੱਲ ਬੰਨੇ ਜੀ, ਔਰ ਉਹਨੇ ਕਿਹਾ ਵੀ ਔਰ ਹੁਣ ਜਿਹੜੀ ਉਹਦੀ ਅੰਗਰੇਜ਼ੀ ਸੀ, ਕਿਆ ਕਹਿਣੇ, ਮੇਰੀ ਅੱਜ ਹੀ ਕਿਸੇ ਨਾਲ ਪੰਜਾਬ 'ਚ ਗੱਲ ਹੋ ਰਹੀ ਸੀ, ਕਹਿੰਦੇ ਸਾਡੇ ਬੱਚੇ ਤਾਂ ਜਿਹੜੇ 6ਵੀਂ 'ਚ ਵੀ ਪੜ੍ਹਦੇ ਨੇ ਉਹ ਹੱਸਦੇ ਸੀ, ਕਹਿੰਦੇ ਅੰਕਲ ਸਕੂਲ ਨਹੀਂ ਗਏ ਕਿਤੇ ਵੀ ਤੂੰ ਪਹਿਲਾਂ ਵੀ ਆਉਂਦੇ ਰਹੇ ਨੇ, ਕੋਈ ਜ਼ਰੂਰੀ ਤਾਂ ਨਹੀਂ ਹੁੰਦੀ ਅੰਗਰੇਜ਼ੀ ਬੋਲਣੀ। ਅਟਲ ਬਿਹਾਰੀ ਵਾਜਪਾਈ ਵੀ ਸੀ, ਦੂਸਰੇ ਵੀ ਸੀ, ਅਬ ਤੋਂ ਜਿਹਨਾਂ ਨੂੰ ਜੇ ਤੁਹਾਡੀ ਜ਼ੁਬਾਨ ਹਿੰਦੀ ਹੈ ਉੱਥੇ ਤੁਸੀਂ ਉਹ ਅਮਿਤ ਸ਼ਾਹ ਤੋਂ ਲੈ ਕੇ ਤੇ ਦੂਸਰੇ ਸਾਰਿਆਂ ਨੂੰ ਤੁਸੀਂ ਹਿੰਦੀ ਪੜ੍ਹਾਉਣ ਤੇ ਲੱਗੇ ਹੋਏ ਹੋ। ਪੰਜਾਬ ਦੇ ਵਿੱਚ ਉਹ ਇੱਕ ਨਚਾਰ ਜਿਹਾ ਗੁਰਦਾਸ ਮਾਨ, ਉਹ ਵੀ ਡਮਰੂ ਵਜਾ ਰਿਹਾ ਕਿ ਵੀ ਹਿੰਦੀ ਜਿਹੜੀ ਉਹ ਮਾਸੀ ਹੈ, ਕਿਸੇ ਨੇ ਕਿਹਾ ਤੂੰ ਜਾ ਕੇ ਮਾਸੀ ਦੀ ਘਰ 'ਚ ਰਹਿ, ਉਹ ਲੱਖ ਲਾਹਨਤ ਐਸੀ ਮਾਸੀ ਨੂੰ ਜਿਹੜੀ ਪੁੱਤਰ ਧੀ ਨੂੰ ਕਹਿ ਵੀ ਨਹੀਂ ਤੂੰ ਮਾਂ ਤੇਰੀ ਚੰਗੀ ਨਹੀਂ ਹੈਗੀ, ਤੂੰ ਮੇਰੀ ਗੋਦ 'ਚ ਬਹਿ। ਸੋ ਇੱਕ ਪਾਸੇ ਤਾਂ ਉੱਥੇ ਇਹ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੋਇਆ, ਇੱਥੇ ਆ ਕੇ ਅੰਗਰੇਜ਼ੀ ਦੀਆਂ ਲੱਤਾਂ ਬਾਹਾਂ ਤੋੜ ਰਿਹਾ। ਲੇਕਿਨ ਉਸ ਸਾਰੇ ਚੋਂ ਇੱਕ ਗੱਲ ਜ਼ਾਹਰ ਸੀ, ਉਹ ਜਿਵੇਂ ਉਹਦੇ ਤਾਰੀਫਾਂ ਦੇ ਪੁੱਲ ਬਣ ਰਿਹਾ ਹੈ। ਕਿਸੇ ਨੇ ਇਹ ਕਿਹਾ, ਉਹਨਾਂ ਨੇ ਕਿਹਾ ਜੀ ਇਹ ਜਿਹੜਾ ਹੈ ਇਹਦੇ 'ਚ ਹੁਣ ਕੀ ਲੈਣਾ ਚਾਹੁੰਦਾ, ਉਹ ਕਹਿੰਦਾ ਜੀ ਉਹ ਆਪਣੇ ਜਿਹੜੇ ਉਹਦੇ ਟੋਏ ਨੇ ਉਹਦੇ ਅੰਦਰ ਜਾਂ ਉਹਦੀਆਂ ਮੋਰੀਆਂ ਨੇ ਉਹਨਾਂ ਨੂੰ ਢੱਕ ਰਿਹਾ। ਸੋ ਵਾਸ਼ਿੰਗਟਨ ਪੋਸਟ ਨੇ ਨੋਟ ਕੀਤਾ ਕਿ ਤਾਰੀਫਾਂ ਦੇ ਪੁੱਲ ਬੰਨੇ, ਤੇ ਉਹਨਾਂ ਨੇ ਰਾਦਰ ਉਹਨੂੰ ਕੋਟ ਕੀਤਾ, ਕੋਟ ਅਨਕੋਟ। ਉਹਨਾਂ ਨੇ ਕਿਹਾ ਜੀ ਇਹ ਟਰੰਪ ਨੂੰ ਕਹਿ ਰਿਹਾ ਇਸ ਧਰਤੀ ਤੇ ਤੈਨੂੰ ਕੌਣ ਨਹੀਂ ਜਾਣਦਾ, ਤੂੰ ਜਿਹੜਾ ਮਹਾਨ ਦੇਸ਼ ਦੇ ਸਭ ਤੋਂ ਉੱਚੇ ਪਦ ਤੇ ਪਹੁੰਚਿਆ, ਇੱਕ ਜਾਣਿਆ ਪਛਾਣਿਆ ਨਾਂ ਹੈ, ਤੂੰ CEO ਤੋਂ ਕਮਾਂਡਰ ਇਨ ਚੀਫ ਬਣ ਗਿਆ, ਬੋਰਡ ਰੂਮ ਤੋਂ ਓਵਲ ਆਫਿਸ ਤੱਕ ਪਹੁੰਚ ਗਿਆ, ਸਟੂਡੀਓ ਤੋਂ। ਹੁਣ ਇਹ ਜਿਹੜਾ ਆਲਰੇਡੀ 4 ਸਾਲ ਤੋਂ ਪ੍ਰੈਜ਼ੀਡੈਂਟ, ਹੁਣ ਇਹ ਹੈ ਜਿਸ ਨੂੰ ਕਹਿੰਦੇ ਨੇ ਕਿ ਵੀ ਤੁਸੀਂ ਜਿਹੜੀ ਹੁਣ ਦੇ ਉੱਥੋਂ ਸਲੈਂਗ ਚਮਚਾਗਿਰੀ ਵੀ ਸੀ, ਖੁਸ਼ਾਮਦ ਵੀ ਕਹਿੰਦੇ ਸੀ, ਪਰ ਇਹ ਚਮਚਾਗਿਰੀ ਖੁਸ਼ਾਮਦ ਸਭ ਨੂੰ ਪਿੱਛੇ ਛੱਡ ਕੇ ਜਿਵੇਂ ਉਹ ਵਡੇਰਿਆਂ ਨੇ ਜਾਂ ਜਗੀਰਦਾਰਾਂ ਨੇ ਜਾਂ ਵੱਡੇ ਵੱਡੇ ਰਜਵਾੜਿਆਂ ਨੇ ਆਪਣੇ ਦਰਬਾਰਾਂ ਦੇ ਵਿੱਚ ਭੰਡ ਰੱਖੇ ਹੁੰਦੇ ਸੀ, ਅਸੀਂ ਉਹਨੂੰ ਕੋਈ ਐਜ਼ ਏ ਟ੍ਰਾਈਬ ਮਾੜਾ ਨਹੀਂ ਕਹਿੰਦੇ, ਉਹਨਾਂ ਵਿਚਾਰਿਆਂ ਦੀ ਰਿਜ਼ਕ ਸੀ। ਹਾਂ, ਪਰ ਉਹ ਇਹੀ ਕੰਮ ਕਰਦੇ ਸੀ ਜਿਹੜਾ ਉਹਨਾਂ ਨੇ, ਹਾਂ ਉਹਨਾਂ ਦੀ ਜਿਹੜੀ ਹੈ ਉਹ ਜੋ ਹੁਣ ਮੈਂ ਕਹਿ ਨਹੀਂ ਸਕਦਾ ਵੀ ਕੀ ਤਾਰੀਫ ਕਰਦੇ ਸੀ। ਲੇਕਿਨ ਜਦੋਂ ਇਹ ਮੋਦੀ ਕਰ ਰਿਹਾ ਸੀ, ਮੈਂ ਕਿਹਾ ਵੀ ਕਿਆ ਮਦਾਰੀ ਹੈ, ਔਰ ਮਦਾਰੀ ਦੇ ਨਾਲ ਭੰਡ ਦਾ ਪੁੱਤਰ ਵੀ ਹੈ। ਔਰ ਹਾਲਾਂਕਿ ਜਿਹੜੀ ਅਸਲੀ ਗੱਲ ਹੈ, ਜਿਵੇਂ ਕਿਸੇ ਨੇ ਕਿਹਾ ਵੀ ਹਿਟਲਰ ਨੇ ਆਪਣੇ ਲੋਕਾਂ ਨੂੰ ਦੱਸਿਆ ਹੀ ਨਹੀਂ ਕਿ ਮੇਰਾ ਪੋਤਾ ਗੁਜਰਾਤ ਦੇ ਵਿੱਚ ਚਾਹ ਵੇਚਦਾ ਹੈ, ਵੀ ਉਹ ਔਲਾਦ ਹਿਟਲਰ ਦਾ ਗ੍ਰੈਂਡਸਨ ਜਿਹੜਾ ਇੱਥੇ ਜਿਹੜਾ ਉਹ ਮਦਾਰੀ ਤਾਂ ਹੈ ਹੀ ਹੈ, ਭੰਡ ਵੀ ਬਣਿਆ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਰਾ ਕਿ ਅਮਰੀਕਾ ਨੇ ਜਿਹੜਾ ਇੰਡੀਅਨ ਸਟੀਲ ਔਰ ਐਲੂਮੀਨੀਅਮ ਹੈ ਉਸ ਦੇ ਉੱਤੇ ਇੰਪੋਰਟ ਟੈਕਸ ਲਾਇਆ, ਟੈਰਿਫ ਲਾਈ ਹੈ, ਉਦੋਂ ਤੋਂ ਹੀ ਇਹਨਾਂ ਦਾ ਜਿਹੜੀ ਹੈ ਟੈਨਸ਼ਨ ਚੱਲ ਰਹੀ ਹੈ। ਔਰ ਉਹ ਤਾਂ ਜਿਹੜਾ ਹੈ ਉਹ ਟਰੰਪ ਦਾ ਜਿਹੜਾ ਹੈ ਉਹ ਉਹਨੂੰ ਡਾਊਨ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਹੜੀ ਆਪਸੀ ਟੈਨਸ਼ਨ ਹੈ। ਨਿਊਯਾਰਕ ਟਾਈਮਜ਼ ਨੇ ਜਿਹੜਾ ਪਹਿਲੇ ਪੇਜ ਤੇ ਇਹਨਾਂ ਦੀ ਤਸਵੀਰ ਲਾ ਕੇ ਉਹਨਾਂ ਨੇ ਦਿਖਾਇਆ ਜੀ ਕਿ ਦੋਨਾਂ ਨੇ ਇੱਕ ਦੂਜੇ ਦੇ ਹੱਥ ਮਜ਼ਬੂਤੀ ਨਾਲ ਫੜੇ ਹੋਏ ਨੇ, ਪਰ ਅਖਬਾਰ ਅੱਗੋਂ ਇਹ ਲਿਖਦਾ ਹੈ ਕਿ ਵੀ ਇਸ ਸਾਰੀ ਜਿਹੜਾ ਇਹ ਸ਼ੋਅ ਹੈ ਉਹਦੇ ਰਾਹੀਂ ਟਰੰਪ ਨੇ ਵੀ ਜਿਹੜੇ ਇੰਡੀਅਨ ਅਮਰੀਕਨ ਨੇ ਉਹਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਮੋਦੀ ਦੀ ਸ਼ੈਡੋ 'ਚ ਖਲੋ ਕੇ ਸ਼ਾਇਦ ਉਹਨਾਂ ਦੀਆਂ ਵੋਟਾਂ ਉਹਨਾਂ ਨੂੰ ਮਿਲ ਜਾਣ। ਔਰ ਇਹਦੇ 'ਚ ਫਿਰ ਉਹਨੇ ਇਹ ਹੈ ਇਹਨਾਂ ਦਾ ਜਰਨਲਿਜ਼ਮ, ਉਹਨੇ ਕਿਹਾ ਜੀ ਇਹ ਵੈਸੇ ਇਹ ਮੋਦੀ ਇਹ ਉਹੀ ਹੈ ਜਿਹਨੂੰ ਅਮਰੀਕਾ ਨੇ ਵੀਜ਼ਾ ਨਹੀਂ ਦਿੱਤਾ ਸੀ ਲੰਬਾ ਵਕਤ, ਔਰ ਇਹਨੂੰ ਲੰਬਾ ਸਫ਼ਰ ਤੈਅ ਕਰਨਾ ਪਿਆ ਹੁਣ ਇੱਥੋਂ ਤੱਕ ਆਉਣ ਦੇ ਲਈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਐਨ ਟਰੰਪ ਦੇ ਇਲੈਕਸ਼ਨ ਕੈਂਪੇਨ ਦੇ ਵਿੱਚ ਐਂ ਲੱਗਦਾ ਸੀ ਜਿਵੇਂ ਟਰੰਪ ਨੇ ਆਪਣਾ 2020 ਦਾ ਕੈਂਪੇਨ ਹੀ ਉੱਥੋਂ ਸ਼ੁਰੂ ਕੀਤਾ ਹੋਏ, ਔਰ ਦੂਜੇ ਦੇਸ਼ ਦਾ ਪ੍ਰਧਾਨ ਮੰਤਰੀ ਆ ਕੇ ਕਹਿ ਰਿਹਾ ਅਬ ਕੀ ਬਾਰ ਟਰੰਪ ਸਰਕਾਰ। ਔਰ ਜਿਹੜਾ ਗਾਰਡੀਅਨ ਹੈ ਲੰਡਨ ਦਾ, ਉਹਨੇ ਹੋਰ ਵੀ ਚੰਗਾ ਭੰਨਿਆ, ਉਹਨੇ ਕਿਹਾ ਕਿ ਵੀ ਇਹ ਦੋਨੋਂ ਦੇਸ਼ ਜਿਹੜੇ ਨੇ ਇਹਦੇ 'ਚ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਇੱਕੋ ਥਾਂ ਤੇ ਇਕੱਠੇ ਹੋਏ ਨੇ, ਕਿਉਂਕਿ ਇਸ ਵੇਲੇ ਦੋਨੋਂ ਦੇਸ਼ਾਂ ਦੇ ਵਿੱਚ ਜਿਹੜੇ ਰਾਈਟ ਵਿੰਗਰ ਨੇ ਉਹਨਾਂ ਦੇ ਹੱਥ 'ਚ ਪਾਵਰ ਆ ਗਈ। ਮਤਲਬ ਜ਼ਾਹਰ ਹੈ ਕਿ ਇੱਥੇ ਵੀ ਉਹੀ ਕਿਸੇ ਨਾ ਕਿਸੇ ਪਾਸਿਓਂ ਜਿਹੜੀ ਆਈਡੀਓਲੋਜੀ ਹੈ, ਜਿਹੜੇ ਹੁਣ ਇੱਥੇ ਡੈਮੋਕ੍ਰੈਟ ਕ੍ਰਿਟਿਕਸ ਨੇ ਉਹ ਟਰੰਪ ਨੂੰ ਵੀ ਨਾਜ਼ੀ ਲਾਈਕ ਕਹਿੰਦੇ ਨੇ, ਹਾਲਾਂ
ਆਈਡੀਓਲੋਜੀ ਫਾਰ ਫੈਚਡ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਨ ਦਾ ਐਂਡ ਆਫ ਦਾ ਡੇ ਜਿਹੜਾ ਰਾਈਟ ਵਿੰਗਰ ਆਈਡੀਓਲੋਜੀ ਇੱਥੇ ਕਦੇ ਕੂਕਲੈਕਸ ਕਲੈਨ ਦੀ ਸੀ, ਔਰ ਇਹੀ ਨਫ਼ਰਤ ਇਮੀਗ੍ਰੈਂਟਸ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ, ਕਿਸੇ ਹੋਰ ਨੂੰ ਟੋਲਰੇਟ ਨਾ ਕਰਨਾ। ਔਰ ਇਹ ਜਿਹੜਾ ਹੈ, ਇਹ ਅਖਬਾਰ ਨੇ ਇਹ ਵੀ ਗੱਲ ਖਾਸ ਤੌਰ ਤੇ ਕਹੀ ਕਿ ਇੱਕ ਬਾਹਰਲਾ ਨੇਤਾ ਦੂਸਰੇ ਮੁਲਕ ਦਾ ਅਮਰੀਕਾ ਦੀ ਜ਼ਮੀਨ ਦੇ ਉੱਤੇ ਆ ਕੇ ਉਹ ਪ੍ਰੋਗਰਾਮ ਕਰਦਾ ਹੈ, ਔਰ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਉਹਦੇ 'ਚ ਇਨਵਾਈਟ ਕੀਤਾ ਜਾਂਦਾ ਹੈ, ਔਰ ਉਹ ਪ੍ਰੈਜ਼ੀਡੈਂਟ ਜਿਹੜਾ ਉਹਨੂੰ ਖੁਸ਼ੀ ਮੰਨ। ਹੁਣ ਇਹ ਵੀ ਜਿਹੜੇ ਸਾਰੇ ਨੇ ਇਹ ਆਪਾ ਕੰਟਰਾਸਟ ਨੇ। ਔਰ ਇਹ ਇਸੇ ਤਰ੍ਹਾਂ ਅਲ ਜਜ਼ੀਰਾ ਨੇ ਕਿਹਾ, ਹਾਲਾਂ ਬਾਕੀ ਮੀਡੀਆ ਨੇ ਜਿੱਥੇ ਹਿਊਸਟਨ ਕ੍ਰੋਨਿਕਲਰ ਔਰ ਦੂਸਰਿਆਂ ਨੇ ਜ਼ਿਕਰ ਕੀਤਾ, ਇੰਡੀਅਨ ਮੀਡੀਆ ਨੇ ਤਾਂ ਜਿਹੜਾ ਉਹਨੂੰ ਖਾਲੀ ਕਰ ਦਿੱਤਾ ਬਿਲਕੁਲ ਹੀ, ਯਾਨੀ ਕਿ ਕੋਈ ਕਿਤੇ ਖਬਰ ਨਹੀਂ ਲੱਗੀ। ਲੇਕਿਨ ਅਲ ਜਜ਼ੀਰਾ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਮੋਦੀ ਦਾ ਜਲਸਾ ਚੱਲ ਰਿਹਾ ਸੀ, ਸਟੇਡੀਅਮ ਤੋਂ ਬਾਹਰ ਹਜ਼ਾਰਾਂ ਲੋਕ ਮੋਦੀ ਦੇ ਖਿਲਾਫ ਰੋਸ ਵਿਖਾਵਾ ਕਰ ਰਹੇ ਸੀ, ਔਰ ਇਹ ਜਿਹੜਾ ਕਸ਼ਮੀਰ ਔਰ ਬਾਕੀ ਜਗ੍ਹਾ ਦੇ ਉੱਤੇ ਜਿਹੜਾ ਮਾਈਨੋਰਿਟੀਜ਼ ਦੇ ਖਿਲਾਫ ਜੋ ਹੋ ਰਿਹਾ ਉਹਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀ। ਸੋ ਜ਼ਾਹਰ ਹੈ ਅਸੀਂ ਇਹਨਾਂ ਦੋਨੋਂ ਹੀ ਦੇ ਜਿਹੜੇ ਲੈਕਚਰਸ ਨੇ ਉਹਨਾਂ ਦਾ ਕਾਫੀ ਇਹਨੂੰ ਕਵਰ ਕੀਤਾ ਹੈ, ਔਰ ਉਹਦੇ 'ਚ ਟਰੰਪ ਨੂੰ ਇਨਵਾਈਟ ਵੀ ਕੀਤਾ ਗਿਆ, ਕਿਉਂਕਿ ਟਰੰਪ ਨੇ ਆਪ ਹੀ ਕਿਹਾ ਕਿ ਜੀ ਮੈਨੂੰ ਜੇ ਮੁੰਬਈ ਦੇ ਵਿੱਚ ਤੁਸੀਂ ਇੱਕ ਇੱਦਾਂ ਦਾ ਤਮਾਸ਼ਾ ਕਰਨਾ ਹੈ ਤੇ ਮੈਨੂੰ ਵੀ ਸੱਦੋ। ਔਰ ਇਸ ਸਾਰੇ 'ਚ ਕੱਟੜਵਾਦੀ ਇਸਲਾਮ, ਰੈਡੀਕਲ ਇਸਲਾਮ, ਉਹਨੇ ਵੀ ਟਰੰਪ ਨੇ ਟਰਮ ਯੂਜ਼ ਕੀਤੀ, ਮੋਦੀ ਨੇ ਜਿਹੜਾ ਉਸ ਦੀ ਆਪਣੇ ਤੌਰ ਤੇ ਤਾਇਦ ਕੀਤੀ। ਔਰ ਇਹ ਜਿਹੜਾ ਨੇ ਨਾਲ ਦੀ ਨਾਲ ਉਹਨੇ ਤਾਰੀਫ ਕੀਤੀ ਇੰਡੀਅਨ ਅਮਰੀਕਨਸ ਦੀ, ਜੀ ਬਹੁਤ ਮਹਾਨ ਬਣਾ ਰਹੇ ਨੇ, ਹੁਣ ਪੁਲਾੜ ਦੇ ਵਿੱਚ ਵੀ, ਸਪੇਸ ਦੇ ਵਿੱਚ ਵੀ ਕੋਆਪਰੇਸ਼ਨ ਕਰਨਗੇ, ਔਰ ਜਿਹੜਾ ਬਾਰਡਰ ਵਾਰ ਦੀ ਸਿਕਿਉਰਿਟੀ, ਕਿਉਂਕਿ ਇਹ ਵੀ ਕਿਉਂਕਿ ਇੰਡੀਆ ਦਾ ਜਿਹੜਾ ਮੌਕਫ ਕਿ ਜੀ ਅਕ੍ਰੋਸ ਬਾਰਡਰ ਟੈਰਰਿਜ਼ਮ ਹੈ, ਇਹਦੀ ਗੱਲ ਵੀ ਕਰਨ ਦੀ ਜਿਹੜੀ ਹੈ ਉਹਨੇ ਕੋਸ਼ਿਸ਼ ਕੀਤੀ, ਔਰ ਉਸ ਨੂੰ ਇਵੇਂ ਮਿਲਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਟਰੰਪ ਨੇ ਇਹ ਕਿਹਾ ਕਿ ਜੀ ਸਾਨੂੰ ਇਹ ਜਿਹੜਾ ਉਹ ਸਾਡੇ ਬਾਰਡਰ ਵੀ ਸੇਫ ਹੋਣੇ ਚਾਹੀਦੇ ਨੇ, ਤੇ ਇਵੇਂ ਹੀ ਹੈ ਜਿਵੇਂ ਇਹਨੇ ਇਕੁਏਟ ਕਰਤਾ ਇੰਡੀਆ ਨੇ ਕਿ ਜੀ ਜਿਵੇਂ ਇੱਥੇ ਚੈਲੰਜ ਹੈ ਟਰੰਪ ਨੂੰ, ਉਵੇਂ ਹੀ ਉੱਥੇ ਹੈ। ਹੁਣ ਇਹ ਤਾਂ ਇੱਕ ਪੱਖ ਹੈ, ਔਰ ਇਹ ਬੜਾ ਜ਼ਰੂਰੀ ਸੀ ਸਾਨੂੰ ਪਿਛਲੇ 2 ਦਿਨ ਤੋਂ, ਕੱਲ ਤੋਂ ਬਾਅਦ ਹੀ ਬਹੁਤ ਸਾਰਿਆਂ ਦੀਆਂ ਜਿਹੜੀਆਂ ਕਾਲਾਂ ਵੀ ਸੀ ਔਰ ਦੂਸਰੇ ਸੀ ਕਿ ਵੀ ਆਰ ਵੇਟਿੰਗ ਕਿ ਤੁਸੀਂ ਕਿਵੇਂ ਇਸ ਸਾਰੇ ਨੂੰ ਕਰੋਗੇ। ਪਰ ਮੈਂ ਇਸ ਸਾਰੇ 'ਚ ਜਿਹੜਾ ਇੰਪੋਰਟੈਂਟ ਐਲੀਮੈਂਟ ਭਾਵੇਂ ਉਹਨੂੰ ਮੈਂ ਲੇਟਰ ਡਿਸਕਸ ਕਰ ਰਿਹਾ, ਜਿਵੇਂ ਸਿੱਖਾਂ, ਕਸ਼ਮੀਰੀਆਂ, ਈਵਨ ਪ੍ਰੋਗਰੈਸਿਵ ਇੰਡੀਅਨਸ ਜਿਹਨੇ ਔਰ ਅਮਰੀਕਨਸ, ਅਫਰੀਕਨ ਅਮਰੀਕਨਸ, ਜਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਇਹਦੇ ਬਾਵਜੂਦ ਕਿ ਉੱਥੇ ਟੈਂਪਰੇਚਰ 95 ਸੀ, 95 ਦੇ ਨੇੜੇ ਤੇੜੇ, ਔਰ ਬਹੁਤ ਸਾਰਾ ਪ੍ਰੈਸ਼ਰ ਸੀ। ਆਰਐਸਐਸ ਵਾਲਿਆਂ ਨੇ ਈਵਨ 2 ਦਿਨ ਪਹਿਲਾਂ ਇੱਕ ਐਡ ਟਾਈਪ ਪੁੱਟ ਕੀਤਾ ਸੀ ਜੀ ਸਾਨੂੰ ਯੰਗ ਮੈਨ ਜਿਹੜੇ ਮਜ਼ਬੂਤ ਹੋਣ, ਦੂਜੇ ਉਹ ਚਾਹੀਦੇ ਨੇ, ਕਿਉਂਕਿ ਉਹਨਾਂ ਨੇ ਪ੍ਰੋਟੈਸਟ ਦੇ ਪੈਰਲਲ ਪਰਮਿਟ ਲਿਆ ਹੋਇਆ ਸੀ, ਔਰ ਸਾਨੂੰ ਲੱਗਦਾ ਸੀ ਕਿ ਵੀ ਇਹ ਵਾਇਲੈਂਸ ਕਰਨਗੇ ਔਰ ਜਾਂ ਪ੍ਰਵੋਕ ਕਰਨਗੇ ਕੁਛ ਨਾ ਕੁਛ ਐਸਾ, ਲੇਕਿਨ ਲੋਕਲ ਅਰੇਂਜਮੈਂਟ ਵੀ ਉਹਨਾਂ ਨੇ ਕੀਤਾ ਹੋਇਆ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਬੇਸ਼ੱਕ ਮੈਂ ਕੋਈ ਐਸੇ ਕੰਪੈਲਿੰਗ ਸਰਕਮਸਟੈਂਸਸ ਲਾਸਟ ਮਿੰਟ ਹੋਏ ਮੈਂ ਨਹੀਂ ਜਾ ਸਕਿਆ, ਔਰ ਮੈਂ ਆਪਣੇ ਉਹਨਾਂ ਕਸ਼ਮੀਰੀ, ਪਾਕਿਸਤਾਨੀ ਔਰ ਸਿੱਖ ਭੈਣਾਂ ਭਰਾਵਾਂ ਤੋਂ ਮਾਫੀ ਚਾਹੁੰਦਾ ਜਿਨ੍ਹਾਂ ਨੇ ਆ ਕੇ, ਅਮਰਵੀਰ ਸਿੰਘ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਸਾਰੇ ਪ੍ਰੋਟੈਸਟ ਨੂੰ, ਕਿਉਂਕਿ ਉੱਥੇ ਕੋਈ ਮੌਕੇ ਤੇ ਨਾ ਕੋਈ ਜਿਹੜਾ ਜਨਰੇਟਰ ਦਾ ਪ੍ਰਬੰਧ ਸੀ ਨਾ ਕੋਈ ਹੋਰ ਸੀ, ਪਰ ਉਹਨਾਂ ਨੇ ਜਾ ਕੇ ਜਿਹੜਾ ਉਹ ਇੱਕ ਪੂਰਾ ਜਿਹੜਾ ਟਰੱਕ ਦੇ ਉੱਤੇ ਉਹ ਸਾਰੇ ਨੂੰ ਅਰੇਂਜ ਕਰਕੇ ਲਗਾਤਾਰ 2-2.5 ਘੰਟੇ ਪ੍ਰੋਗਰਾਮ ਉੱਥੇ ਚੱਲਿਆ। ਔਰ ਇੱਥੇ ਵੀ ਸਾਡੇ ਦੂਸਰੇ ਟੀਮ ਮੈਂਬਰ ਇਸ਼ਪ੍ਰੀਤ ਸਿੰਘ ਜਿਹੜੇ ਕਿ ਸਟੂਡੀਓ ਦੇ ਵਿੱਚ ਆਏ, ਕੱਲ ਸਾਰਾ ਦਿਨ ਰਹੇ ਔਰ ਇਸ ਗੱਲ ਨੂੰ ਯਕੀਨੀ ਬਣਾਇਆ। ਔਰ ਕਿਉਂਕਿ ਨਾ ਇਹਨੂੰ ਕੋਈ ਬਾਹਰਲੇ ਮੀਡੀਆ ਨੇ ਚੁੱਕਿਆ ਸੀ, ਨਾ ਹੀ ਇੰਡੀਅਨ ਮੀਡੀਆ ਨੇ ਤਾਂ ਕੀ ਚੁੱਕਣਾ ਸੀ, ਸੋ TV 84 ਉਹਨਾਂ ਫਿਊ ਚੈਨਲ, ਹੋਰ ਵੀ ਕੋਈ ਚੈਨਲ ਨਜ਼ਰ ਨਹੀਂ ਆਇਆ, ਈਵਨ ਜਿਹੜੇ ਕੁਝ ਪਾਕਿਸਤਾਨੀ ਚੈਨਲ ਇੰਕਲੂਡਿੰਗ PTV ਔਰ ਦੂਸਰਿਆਂ ਨੇ ਵੀ ਕਵਰੇਜ, ਉਹਨਾਂ ਨੇ ਜਿਹੜੀ ਕਲੀਨ ਫੀਡ ਆ ਉਹ TV 84 ਦੀ ਲਈ। ਸੋ ਮੈਂ ਅਮਰਵੀਰ ਸਿੰਘ ਔਰ ਸਾਡੇ ਜਿਹੜੇ ਦੂਸਰੇ ਵੀਰ ਬਾਹਰੋਂ, ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਭਾਈ ਸੰਤੋਖ ਸਿੰਘ ਔਰ ਬੇਕਰਸਫੀਲਡ ਤੋਂ, ਸੀਐਟਲ ਤੋਂ, ਔਰ ਇਥੋਂ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਆਫ ਅਮਰੀਕਾ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੰਘ ਜਿਹੜੇ ਨੇ ਉਹ ਬਾਹਰਲੀਆਂ ਸਟੇਟਾਂ ਤੋਂ ਵੀ ਉੱਥੇ ਪਹੁੰਚੇ। ਹਾਲਾਂਕਿ ਕਸ਼ਮੀਰੀਆਂ ਦੀ ਗਿਣਤੀ ਆਊਟਨੰਬਰਿੰਗ ਇਨ ਥਾਊਜ਼ੈਂਡਸ ਜਿਹੜੀ ਹੈ ਉੱਥੇ ਪਹਿਲੀ ਵਾਰ ਸੀ, ਔਰ ਉਹ ਜਿਹੜੀ ਹਮਾਂਗੀ ਸੀ ਜਿਹੜੀ ਦੋਨਾਂ ਦੀ, ਉਹ ਉਸ ਕੈਮਿਸਟਰੀ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ। ਜਿਵੇਂ ਅਮਰਵੀਰ ਸਿੰਘ ਨੇ ਦੱਸਿਆ ਵੀ ਬਹੁਤ ਸਾਰਿਆਂ ਨੇ ਆ ਕੇ ਚੇਚਾ ਪੁੱਛਿਆ
ਮੇਰੇ ਵੱਲੋਂ ਕਿ ਜੀ ਉਹ ਕਿੱਥੇ ਨੇ। ਜੀ। ਸੋ ਮੈਂ ਮਾਫੀ ਚਾਹੁੰਦਾ ਕਿਉਂਕਿ ਅਸੀਂ ਬਿਲਕੁਲ ਟਿਕਟ ਵੀ ਬੁੱਕ ਸੀ, ਲੇਕਿਨ ਕੁਛ ਇਸ ਕਿਸਮ ਦੇ ਸਰਕਮਸਟੈਂਸਸ ਨੇ ਮੈਨੂੰ ਰੋਕਿਆ ਜੀ। ਔਰ ਅਸੀਂ ਉਹਨਾਂ ਸਾਰਿਆਂ ਦਾ ਹੀ, ਔਰ ਮੈਂ ਸਮਝਦਾ ਵੀ ਸਿੱਖਸ ਫਾਰ ਜਸਟਿਸ, ਜਿਵੇਂ ਉਹਨਾਂ ਦੇ ਵਰਕਰ ਵੋਲੰਟੀਅਰ ਆਲਮੋਸਟ 1 ਮਹੀਨਾ ਪਹਿਲਾਂ ਜਾ ਕੇ ਉੱਥੇ ਬੈਠੇ ਜੀ। ਔਰ ਇਹ ਆਸਾਨ ਨਹੀਂ ਹੁੰਦਾ ਬਿਲਕੁਲ ਕਿ ਅਰੇਂਜ ਕਰਨਾ, ਔਰ ਲੋਕਲੀ ਜਿਵੇਂ ਟਰੱਕ ਰੈਲੀ ਅਰੇਂਜ ਕੀਤੀ, ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਦੀ ਸਕਸੈਸ ਚਾਹੁੰਦੇ ਹੋ ਤੇ ਇੱਕ ਤੁਹਾਨੂੰ ਮੋਮੈਂਟਮ ਬਿਲਡ ਕਰਨੀ ਪੈਂਦੀ। 1 ਹਫ਼ਤਾ ਪਹਿਲਾਂ ਸੈਂਕੜਿਆਂ ਟਰੱਕ ਔਰ ਗੱਡੀਆਂ ਦਾ ਕਾਫਲਾ ਹਿਊਸਟਨ ਦੀਆਂ ਸੜਕਾਂ ਤੇ ਘੁੰਮਿਆ। ਜੀ। ਉਹਦੇ ਲਈ ਸਾਡੇ ਉੱਥੇ ਬੈਠੇ ਵੀਰ ਜਰਨੈਲ ਸਿੰਘ ਜਿਨ੍ਹਾਂ ਦੀ ਆਪਣੀਆਂ ਟਰੱਕਿੰਗ ਕੰਪਨੀ ਨੇ, ਜੀ। ਉਹਨਾਂ ਨੇ, ਔਰ ਉਹ ਕਈ ਦਿਨ ਸੁੱਤੇ ਨਹੀਂ ਨੇ, ਲਗਾਤਾਰਤਾ ਨਾਲ ਉਹਨਾਂ ਦਾ ਪਰਿਵਾਰ ਹੋ, ਔਰ ਡਾਕਟਰ ਹਰਦਮ ਸਿੰਘ ਆਜ਼ਾਦ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਨਾਲ ਵੀ ਜੁੜੇ ਹੋਏ ਨੇ, ਸਾਡੇ ਨਾਲ ਵੀ ਬਹੁਤ TV 84 ਦੇ ਵੀ ਖੈਰ ਖੁਆਹ ਨੇ, ਜੀ। ਔਰ ਹੋਰ ਬਹੁਤ ਸਾਰੇ, ਭਾਈ ਧਿਆਨ ਸਿੰਘ। ਸੋ ਇਹਨਾਂ ਸਾਰਿਆਂ ਦੀ ਔਰ ਸਿੱਖਸ ਫਾਰ ਜਸਟਿਸ ਦੀ ਸਾਰੇ ਹੀ ਵਲੰਟੀਅਰ ਚਾਰੇ ਪਾਸਿਓਂ ਜਿਨ੍ਹਾਂ ਨੇ ਉੱਥੇ ਜਾ ਕੇ ਡੇਰੇ ਲਾਏ, ਸੋ ਨਾਈਸ, ਕਸ਼ਮੀਰੀਆਂ ਦੇ ਨਾਲ ਇੱਕ ਅਲਾਈਅੰਸ ਬਿਲਟ ਕੀਤਾ। ਜੀ। ਔਰ ਜਿਵੇਂ ਥਾਂ ਥਾਈਂ ਜਿਹੜੀਆਂ ਨੇ ਬੱਸਾਂ, ਉਹ ਭਾਵੇਂ ਡਾਲਸ ਸੀ, ਦੂਸਰੇ ਸੀ, ਡਾਲਸ ਤੋਂ ਵੀ ਸਾਡੇ ਵੀਰ ਜਿਹੜੇ ਸਾਡੀ ਬਾਂਹ ਨੇ ਪੂਰੇ ਇਸ ਪੀਰੀਅਡ 'ਚ, ਉਹ ਪੂਰੇ ਜਾਓ ਜਲਾਲ ਦੇ ਨਾਲ ਪਹੁੰਚੇ। ਔਰ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਇਹ ਇੱਕ ਸਕਸੈਸਫੁਲ ਰੈਲੀ ਹੋਏ ਜਿਹੜੀ ਕਿ ਹੋਈ। ਔਰ ਠੀਕ 2 ਦਿਨ ਪਹਿਲਾਂ ਜਿਵੇਂ ਕਸ਼ਮੀਰ ਖਾਲਿਸਤਾਨ ਰੈਫਰੈਂਡਮ ਦੇ ਨਾਂ ਥੱਲੇ ਮੋਦੀ ਨੂੰ ਆਨਸਰੇਬਲ ਬਣਾਇਆ ਗਿਆ ਕੋਰਟ ਦੇ ਵਿੱਚ ਵੀ, ਕਿਉਂਕਿ ਜਿਹੜਾ ਇੱਕ ਐਕਟ ਹੈ ਅਮਰੀਕਾ ਦਾ ਜਿਹਦੇ ਥੱਲੇ ਜਿਹੜੇ ਲੋਕਾਂ ਨੂੰ ਟਾਰਚਰ ਕੀਤਾ ਜਾਂਦਾ ਹੈ ਜਾਂ ਉਹਨਾਂ ਦਾ ਧੱਕਾ ਹੋ ਰਿਹਾ ਉਹਨਾਂ ਦੇ ਨਾਲ ਜਾਂ ਹੋਇਆ, ਜੇ ਉਹਨਾਂ ਦਾ ਕੋਈ ਮੈਂਬਰ ਅਮਰੀਕਾ ਦੀ ਸੋਇਲ ਤੇ ਹੈ ਤੇ ਤੁਸੀਂ ਕੇਸ ਫਾਈਲ ਕਰ ਸਕਦੇ ਹੋ। ਉਹ ਕੇਸ ਫਾਈਲ ਹੋਇਆ, ਹਾਲਾਂਕਿ ਉਸ ਖਬਰ ਨੂੰ ਵੀ ਇੰਡੀਅਨ ਮੀਡੀਆ, ਹਿੰਦੁਸਤਾਨ ਟਾਈਮ ਜਾਂ ਦੂਸਰੇ ਥੋੜਾ ਬਹੁਤ ਦਿੱਤਾ ਹੈ, ਪਰ ਗਾਇਬ, ਕਿਉਂਕਿ ਉਹ ਬਿਲਕੁਲ ਨਹੀਂ ਸੀ ਚਾਹੁੰਦੇ ਕਿ ਇਹ ਦੱਸਿਆ ਜਾਏ ਕਿ ਜਿਹੜਾ ਉਹਨਾਂ ਦੇ ਨੂੰ ਇੱਥੇ ਵੈਲਕਮ ਨਹੀਂ ਕੀਤਾ। ਇਸ ਦੇ ਉਲਟ ਗੱਲ ਅਸੀਂ ਸਿੱਖ ਫੈਕਟਰ ਦੀ ਜੇ ਕਰੀਏ ਕਿ ਵੀ ਕਿਵੇਂ, ਹੁਣ ਕਈ ਵਾਰੀ ਕਹਿਣ ਨੂੰ ਤਾਂ ਕਿਹਾ ਜਾਂਦਾ ਹੈ ਕਿ ਜੀ ਕਿਆ ਹੈ, ਹੁਣ ਜੂਨ 84 ਯਾਦ ਕਰਵਾ ਦੇਂਗੇ, ਨਵੰਬਰ 84 ਭੁੱਲ ਗਏ, ਪਰ ਕਿੰਨਾ ਖੌਫ ਹੈ ਇਹਨਾਂ ਨੂੰ ਸਿੱਖ ਫੈਕਟਰ ਦਾ। ਜਿਉਂ ਹੀ 에ਅਰਪੋਰਟ ਤੋਂ ਉਤਰਿਆ, ਸਾਰੇ ਅਮਰੀਕਾ ਚੋਂ 15-20 ਜਿਹੜੇ ਰੈਂਟਾ ਸਿੱਖ ਨੇ ਜਿਨ੍ਹਾਂ ਦੇ ਸਿਰ ਤੇ ਪੱਗਾਂ, ਕਿਸੇ ਦੀ ਦਾੜੀ ਵੀ ਨਹੀਂ ਮੁੰਨੀ ਹੋਈ, ਇਸ ਗੱਲ ਉਹਨਾਂ ਨੇ ਯਕੀਨੀ ਬਣਾਇਆ ਵੀ ਇਹ ਅਸੀਂ ਸੌਦਾ ਵੇਚਣਾ ਹੈ। ਉਹ ਜਿਹੜਾ ਉਹਨਾਂ ਤੋਂ ਉਹਨਾਂ ਨੇ ਮੋਦੀ ਦੇ ਗਲ 'ਚ ਪਟਾ ਪਵਾਇਆ ਜਿਹਨੂੰ, ਔਰ ਜਿਹੜਾ ਉਹ ਪਟਾ ਪਾ ਕੇ ਉਹਦਾ ਬਹੁਤ ਥੈਂਕ ਯੂ ਕੀਤਾ ਕਿ ਜੀ ਤੂੰ ਬਲੈਕ ਲਿਸਟ ਖਤਮ ਕੀਤੀ। ਉਹ ਕਿਸੇ ਨੇ ਪੁੱਛਿਆ ਕਿ ਓਏ ਬੇਸ਼ਰਮੋ, ਕੋਈ ਉਹਨਾਂ ਚੋਂ ਇਹੀ ਦੱਸ ਦਿਓ ਕੋਈ ਬਲੈਕ ਲਿਸਟ ਵਾਲਾ ਹੋਏ ਜਿਹਦਾ ਨਾਂ ਕੱਟਿਆ ਵੀ ਤੁਸੀਂ ਬਿਲਕੁਲ ਹੀ ਬੇਗੈਰਤੀ ਤਾਂ ਹੈ ਹੀ ਹੈ, ਤੁਸੀਂ ਉਹਦੀਆਂ ਹੱਦਾਂ ਟੱਪ ਦਿੱਤੀਆਂ। ਫਿਰ ਉਹਨਾਂ ਮੰਗ ਕੀਤੀ ਕਿ ਜੀ ਇਹ ਦਿੱਲੀ ਦਾ ਇੰਦਰਾ ਗਾਂਧੀ 에ਅਰਪੋਰਟ ਦਾ ਨਾਮ ਬਦਲ ਕੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ 에ਅਰਪੋਰਟ। ਉਹ ਕਹਿੰਦੇ ਸ਼ਰਮ ਕਰੋ ਵੀ ਤੁਸੀਂ ਕਿਹਨੂੰ ਕਿੱਥੇ ਮਿਲਾ ਰਹੇ ਹੋ ਲਿਆ ਕੇ। ਔਰ ਕੋਈ ਵੱਡੀ ਗੱਲ ਨਹੀਂ, ਇਹ ਮੰਗ ਹੀ ਕਰਵਾਈ ਹੋਈ। ਔਰ ਜਿਵੇਂ ਮੋਦੀ ਨੇ ਕਿਹਾ ਮੈਂ ਖਾਸ, ਔਰ ਇਹ ਹੋ ਸਕਦਾ ਉਹ ਕਰੇ, ਲੇਕਿਨ ਇਸ ਲੈਵਲ ਦੇ ਉੱਤੇ ਜਾ ਕੇ ਜਿੰਨਾ ਇਹ ਲੋ ਸਤੂਪ ਕੀਤੇ ਨੇ, ਇਹ ਦੱਸਣ ਦੇ ਲਈ ਕਿ ਵੀ ਜਿਹੜੇ ਕੱਲ ਹਜ਼ਾਰਾਂ ਸਿੱਖ ਉੱਥੇ ਇਕੱਠੇ ਹੋਣੇ ਨੇ ਕਸ਼ਮੀਰੀਆਂ ਦੇ ਨਾਲ, ਉਹ ਨਹੀਂ, ਇਹ ਜਿਹੜੇ ਨੇ ਸਾਡੀ ਨੁਮਾਇੰਦਗੀ ਕਰਦੇ ਨੇ। ਸੋ ਉਹਨਾਂ ਰੈਂਟਾ, ਪਰ ਇਹਦੇ ਚੋਂ ਇੱਕ ਫੈਕਟਰ ਜ਼ਰੂਰ ਨਿਕਲਿਆ, ਜੇ ਸਿੱਖ ਇੰਪੋਰਟੈਂਟ ਹੀ ਨਹੀਂ ਹੈਗੇ ਤੇ ਫਿਰ ਇਹ ਡਰਾਮਾ ਕਰਨ ਦੀ ਕੀ ਲੋੜ ਸੀ। ਔਰ ਯਕੀਨੀ ਬਣਾਇਆ ਵੀ ਉਸ ਤਸਵੀਰ ਨੂੰ 4 ਚਫੇਰੇ, ਬਹੁਤਿਆਂ ਨੇ ਤਾਂ ਲਿਖਿਆ ਸੋਸ਼ਲ ਮੀਡੀਆ ਤੇ, ਆ ਪਛਾਣ ਲਓ ਕੱਲੇ ਕੱਲੇ ਦੀ ਫੋਟੋ। ਮੈਂ ਕਿਹਾ ਜੀ ਇਹਨਾਂ ਚੋਂ ਬਹੁਤ ਤਾਂ ਮੈਂ ਪਛਾਣਦਾ, ਇਹ ਪੁਰਾਣੇ ਰੈਂਟਾ ਸਿੱਖ ਨੇ ਔਰ ਇਹਨਾਂ ਨੂੰ ਸਾਰੀ ਕਮਿਊਨਿਟੀ ਪਛਾਣਦੀ ਹੈ। ਕਿਸੇ ਨੇ ਕਿਹਾ ਜੀ ਇਹਨਾਂ ਦੇ ਜਰਾ ਨਾਂ ਹੀ ਦੱਸ ਦਿਓ ਕਿ ਕਿਹੜੀਆਂ ਜਥੇਬੰਦੀਆਂ ਨੂੰ ਇਹ ਨੁਮਾਇੰਦਗੀ ਕਰਦੇ ਨੇ, ਅਮਰੀਕਾ ਦੇ ਕਿਹੜੇ ਸਿੱਖਾਂ ਦੇ ਨੁਮਾਇੰਦੇ ਨੇ। ਔਰ ਇਸ ਸਾਰੇ ਚੋਂ ਜਿਹੜਾ ਉਹ ਸਾਡੀ ਜਿਹੜੀ ਤਾਕਤ ਹੈ ਉਹ ਵੀ ਸ਼ੋ ਹੋਈ, ਕਸ਼ਮੀਰੀਆਂ ਦੇ ਨਾਲ ਸਾਡਾ ਅਲਾਈਅੰਸ ਵੀ। ਔਰ ਮੈਂ ਕਨਕਲੂਡ ਕਰਾਂ ਕਿ ਇਹ ਗੱਲ ਅਜੇ ਸ਼ੁਰੂ ਹੋਈ ਹੈ। 27 ਤਰੀਕ ਨੂੰ ਜਦੋਂ ਕਿ ਇੱਥੇ UN ਜਨਰਲ ਅਸੈਂਬਲੀ ਦੇ ਵਿੱਚ ਮੋਦੀ ਨੇ ਬੋਲਣਾ, ਔਰ ਉਸ ਦਿਨ ਦੇ ਲਈ ਵੀ ਜਿਹੜੇ ਪ੍ਰੋਟੈਸਟ ਨੇ ਬੇਸ਼ੱਕ ਮਲਟੀਪਲ ਨੇ ਮੈਂ ਦੇਖ ਰਿਹਾ, ਲੇਕਿਨ ਉਸ ਦੇ ਲਈ ਅਸੀਂ ਇਹ ਆਸ ਕਰਦੇ ਹਾਂ ਕਿ ਵੱਡੀ ਗਿਣਤੀ ਸਿੱਖ ਸੰਗਤਾਂ ਉਸ ਦੇ ਵਿੱਚ ਸ਼ਮੂਲੀਅਤ ਕਰਨਗੇ। ਔਰ ਜਿਵੇਂ ਮੈਂ ਕਿਹਾ ਵੀ ਅੱਜ 50ਵਾਂ ਦਿਨ ਹੈ ਕਸ਼ਮੀਰ ਵਾਦੀ ਦਾ, ਬਿਲਕੁਲ ਹਾਲਾਤ ਉਹੀ ਨੇ, ਬਿਲਕੁਲ ਕੁਛ ਨਹੀਂ ਬਦਲਿਆ ਹੈ। ਔਰ ਅਮਰੀਕਾ ਚੋਂ ਜਾਣ ਤੋਂ ਬਾਅਦ ਜਿਸ ਕਿਸਮ ਦਾ ਇਹ ਨੌਟੰਕੀ ਔਰ ਇਹ ਮਦਾਰੀਪੁਣਾ ਔਰ ਇਹ ਤਮਾਸ਼ਾ ਇੱਥੇ ਲਾਇਆ ਮੋਦੀ ਨੇ, ਜੇ ਕੋਈ ਇਸ ਗੱਲ ਨੂੰ
ਨਾ ਪ੍ਰੈਸ਼ਰਾਈਜ਼ ਕੀਤਾ ਗਿਆ। UN ਜਨਰਲ ਅਸੈਂਬਲੀ 'ਚ ਤਾਂ ਲੈਕਚਰਸ ਹੀ ਹੋਣਗੇ, ਪਰ ਇਉਂ ਲੱਗਦਾ ਹੈ ਕਿ ਵੀ ਮੋਦੀ ਇਸ ਸਾਰਿਆਂ ਨੂੰ ਇਹ ਸਮਝ ਕੇ ਕਿ ਜੀ ਵੱਡੇ ਸਾਹਿਬ ਨੇ ਹੁਣ ਸਾਨੂੰ ਜਿਹੜਾ ਹੈ ਉਹ ਖੁੱਲੀ ਛੁੱਟੀ ਦੇ ਦਿੱਤੀ ਹੈ ਤੇ ਫਿਰ ਕੀ ਵਾਪਰੇਗਾ ਅੱਗੋਂ, ਉਹ ਜ਼ਾਹਰ ਹੈ ਕਿ ਵੀ 80 ਲੱਖ ਲੋਕ ਇੱਕ ਉਸ ਖੁੱਲੀ ਜੇਲ੍ਹ ਦੇ ਵਿੱਚ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਵੀ ਡੱਕੇ ਰਹਿਣਗੇ। ਔਰ ਅਸੀਂ ਦੂਸਰਾ ਸੈਗਮੈਂਟ, ਕਿਉਂਕਿ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਕੁਝ ਘੰਟੇ ਪਹਿਲਾਂ ਹੀ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਔਰ ਟਰੰਪ ਦੀ ਮੁਲਾਕਾਤ ਵੀ ਹੋਈ ਹੈ, ਉਹਨਾਂ ਦੀ ਪ੍ਰੈਸ ਕਾਨਫਰੰਸ ਵੀ ਹੋਈ ਹੈ ਔਰ ਉਸ ਮੁੱਦੇ ਦੇ ਉੱਤੇ ਅਸੀਂ ਗੱਲਬਾਤ ਦੂਸਰੇ ਸੈਗਮੈਂਟ 'ਚ ਕਰਾਂਗੇ। ਔਰ ਅੱਜ ਕਿਉਂਕਿ ਸਾਰੀਆਂ ਡਿਵੈਲਪਮੈਂਟਸ ਬੜੀਆਂ ਇੰਪੋਰਟੈਂਟ ਨੇ, ਅਸੀਂ ਸਲੀਮ ਮਲਕ ਸਾਹਿਬ ਨੂੰ ਸੱਦਾ ਦਿੱਤਾ ਹੈ ਕਿ 9:30 ਤੋਂ 10:30 ਦਾ ਪ੍ਰੋਗਰਾਮ ਜਿਹੜਾ 1 ਘੰਟਾ ਪੈਨਲ ਡਿਸਕਸ਼ਨ, ਅਸੀਂ ਇਹ ਸਾਰੀਆਂ ਡਿਵੈਲਪਮੈਂਟਸ, ਇਹ ਹਿਊਸਟਨ ਤਮਾਸ਼ਾ ਹਿੰਦੂਤਵੀ ਮੈਨਿਕਸ ਦਾ, UN ਜਨਰਲ ਅਸੈਂਬਲੀ ਦਾ ਹੋ ਰਿਹਾ ਸੈਸ਼ਨ ਔਰ ਇਸ ਸਾਰੇ ਦੇ ਵਿੱਚ ਕਿਹਦੇ ਹੱਥ 'ਚ ਕੀ ਕਾਰਡ ਨੇ, ਗੱਲ ਕਿੱਧਰ ਨੂੰ ਜਾਏਗੀ, ਇਹ ਸਾਰੇ ਦੇ ਉੱਤੇ ਜਿਹੜੀ ਹੈ ਉਹ ਗੱਲਬਾਤ ਹੋਏਗੀ। ਸੋ ਦਰਸ਼ਕ ਜੁੜੇ ਰਹਿਣ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਇਸ ਸਭ ਦੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇੱਥੇ ਲੈਣੇ ਆ ਬ੍ਰੇਕ। ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।